ਰੱਬਾ ਵੇ ਮੇਰੇ ਹਾਲ ਦਾ ਮਹਿਰਮ ਤੂੰ ਹੈ, ਅੰਦਰ ਤੂੰ ਹੈ, ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ। ਤੇ ਅਖੀਰ ਇਹ ਹੈ ਕਿ ਮੈਂ ਨਹੀਂ ਸਭ ਤੂੰ। ਦੇਖੋ ਜੀ, ਸ਼ਾਹ ਹੁਸੈਨ ਨੇ, ਸ਼ਾਹ ਹੁਸੈਨ ਦੀ ਕਾਫੀ ਹੈ, ਚੋਰ ਕਰਨ ਨਿਤ ਚੋਰੀਆਂ, ਅਮਲੀ ਨੂੰ ਅਮਲਾਂ ਦੀ ਘੋੜੀਆਂ, ਕਾਮੀ ਨੂੰ ਚਿੰਤਾ ਕਾਮ ਦੀ, ਸਾਨੂੰ ਤਲਬ ਸਾਈਂ ਦੇ ਨਾਮ ਦੀ। ਇਹ ਬੜੀ ਮਸ਼ਹੂਰ ਕਾਫੀ ਹੈ ਉਹਨਾਂ ਦੀ। ਉਹਦੇ ਐਂਡ ਹੈ ਕਾਫੀ ਦਾ, ਬੜਾ ਖਾਸ ਐਂਡ ਹੈ। ਇੱਕ ਸ਼ਾਹ ਹੁਸੈਨ ਫਕੀਰ ਹੈ, ਤੁਸੀਂ ਆਖੋ ਨਾ ਕੋਈ ਪੀਰ ਹੈ, ਸਾਨੂੰ ਕੂੜੀ ਗੱਲ ਨਾ ਭਾਵਦੀ, ਸਾਨੂੰ ਤਲਬ ਸਾਈਂ ਦੇ ਨਾਮ ਦੀ। ਸ਼ਾਹ ਹੁਸੈਨ ਮੇਰਾ ਖਿਆਲ ਹੈ ਪਹਿਲਾ ਸ਼ਾਇਰ ਹੈ ਜਿਹਨੇ ਪੀਰੀ ਔਰ ਫਕੀਰੀ ਦੇ ਵਿੱਚ ਕਹਿ ਕੇ ਫਰਕ ਕੀਤਾ ਕਿ ਸ਼ਾਹ ਹੁਸੈਨ ਫਕੀਰ ਹੈ, ਉਹ ਪੀਰ ਨਹੀਂ ਹੈ। ਠੀਕ ਹੈ। ਔਰ ਮੈਂ ਡਾਇਰੈਕਟ ਹੀ ਸ਼ੁਰੂ ਕਰਨ ਲਗਾ ਕਿ ਇਸ ਤੋਂ ਬਾਵਜੂਦ ਬਹੁਤ ਅਰਸੇ ਤੱਕ ਸ਼ਾਹ ਹੁਸੈਨ ਬਤੌਰ ਪੀਰ ਜ਼ਿਆਦਾ ਪਪੂਲਰ ਸੀ ਕੰਪੈरेटिवली ਟੂ ਐਜ਼ ਅ ਪੋਇਟ। ਬਿਲਕੁਲ। ਇਹ ਕੀ ਵਜ੍ਹਾ? ਇਹ ਸ਼ਾਹ ਹੁਸੈਨ ਮਤਲਬ ਇਹ 1900 ਜਦੋਂ ਅਸੀਂ ਜਵਾਨ ਹੋ ਰਹੇ ਸਾਂ 70s ਦੇ ਵਿੱਚ ਆਏ, ਤੇ ਸ਼ਾਹ ਹੁਸੈਨ ਜਿਹੜਾ ਹੈ ਉਹ 60s ਤੱਕ, ਐਂਡ ਆਫ 60s ਤੱਕ ਬਤੌਰ ਇੱਕ ਪੀਰ ਦੇ, ਬਤੌਰ ਇੱਕ ਬਜ਼ੁਰਗ ਦੇ, ਜਿਹਦਾ ਮੇਲਾ ਚਿਰਾਗਾਂ ਲੱਗਦਾ ਹੈ ਉੱਥੇ, ਉਹ ਪੀਰ ਦੇ ਤੌਰ 'ਤੇ ਇੱਕ ਮਸ਼ਹੂਰ ਸੀ। ਇੱਕ ਸ਼ਾਇਰ ਦੇ ਤੌਰ 'ਤੇ ਆਮ ਨਹੀਂ ਜਾਣਿਆ ਜਾਂਦਾ ਸੀ। ਤੁਸੀਂ ਹੈਰਾਨ ਹੋਵੋਗੇ ਕਿ ਹੁਣ ਨਹੀਂ, ਕਿਉਂਕਿ ਹਰ ਬੰਦੇ ਨੇ ਗਾਇਆ। ਨਹੀਂ, ਹੁਣ ਤਾਂ ਤੁਸੀਂ ਕਹੋਗੇ ਨਾ ਜੀ ਹਰ ਬੰਦੇ ਨੇ ਗਾਇਆ। ਉਸ ਵੇਲੇ ਤੱਕ ਹਾਮਦ ਅਲੀ ਬੇਲਾ ਦਾ ਮਾਏ ਨਹੀਂ ਮੈਂ ਕਿਹਨੂੰ ਆਖਾਂ, ਦਰਦ ਵਿਛੋੜੇ ਦਾ ਹਾਲ, ਇਸ ਤੋਂ ਇਲਾਵਾ ਕਿਸੇ ਬੰਦੇ ਨੇ ਸ਼ਾਹ ਹੁਸੈਨ ਨੂੰ ਨਹੀਂ ਸੀ ਗਾਇਆ। ਅੱਛਾ। ਤੁਸੀਂ ਇਹ ਸਾਰੀ ਡਿਵੈਲਪਮੈਂਟ ਜਿਹੜੀ ਹੈ 70 ਤੋਂ ਬਾਅਦ ਦੀ ਹੈ, 70s ਤੋਂ ਬਾਅਦ ਦੀ ਇਹ ਡਿਵੈਲਪਮੈਂਟ ਹੈ ਕਿ ਸਾਰਿਆਂ ਨੇ ਉਹਨੂੰ ਗਾਇਆ। ਉਸ ਵੇਲੇ ਤੱਕ ਸ਼ਾਹ ਹੁਸੈਨ ਬਤੌਰ ਸ਼ਾਇਰ ਦੇ ਜ਼ਿਆਦਾ ਪੜ੍ਹਿਆ ਵੀ ਨਹੀਂ ਸੀ ਜਾਂਦਾ। ਉਹ ਆਪਣਾ, ਮੇਰਾ ਖਿਆਲ ਹੈ ਕਿ ਮਜਲਿਸ ਸ਼ਾਹ ਹੁਸੈਨ 60s ਦੇ ਐਂਡ ਦੇ ਉੱਤੇ ਜਾਂ 70s ਦੇ ਸ਼ੁਰੂ ਦੇ ਵਿੱਚ, ਮੇਰਾ 60s ਦੇ ਵਿੱਚ ਐਂਡ ਦੇ ਉੱਤੇ ਬਣੀ। ਉਹਦੇ ਵਿੱਚ ਜਿਹੜੇ ਪੰਜਾਬੀ ਦੇ ਵੱਡੇ ਵੱਡੇ ਉਸ ਵੇਲੇ ਦੇ ਸੂਝਵਾਨ ਸਨ, ਨਜਮ ਹੁਸੈਨ ਸੈਯਦ, ਆਸਫ ਖਾਨ, ਰਾਜਾ ਰਸਾਲੂ, ਸ਼ਫਕਤ ਤਨਵੀਰ ਮਿਰਜ਼ਾ, ਸਿਫਤੇ ਹਸਨ ਜ਼ੈਗਮ, ਜਿਹੜੇ ਵੱਡੇ ਨਾਂ ਸਨ ਉਸ ਵੇਲੇ ਪੰਜਾਬੀ ਦੇ, ਇਹ ਸਾਰੇ ਉਹਦੇ ਵਿੱਚ ਮਜਲਿਸ ਸ਼ਾਹ ਹੁਸੈਨ ਵਿੱਚ ਸ਼ਾਮਲ ਸਨ। ਪ੍ਰੋਫੈਸਰ ਐਰਿਕ ਸੈਪਰੀਅਨ, ਔਰ ਇਹ ਸਾਰੇ ਵੀ ਉਹ ਸਨ। ਕਿਉਂਕਿ ਫਿਰ ਜਿਹੜਾ ਬਾਅਦ 'ਚ ਕਾਲਜ ਬਣਿਆ, ਜਦੋਂ ਇਹਨਾਂ ਨੂੰ ਕੱਢਤਾ ਗਿਆ ਇਸਲਾਮੀਆ ਕਾਲਜ ਤੋਂ, ਪ੍ਰੋਫੈਸਰ ਮਨਜ਼ੂਰ ਤੇ ਐਰਿਕ ਸੈਪਰੀਅਨ ਸਾਹਿਬ ਨੂੰ, ਤੇ ਜਿਹੜਾ ਕਾਲਜ ਬਣਿਆ ਉਹ ਵੀ ਸ਼ਾਹ ਹੁਸੈਨ ਕਾਲਜ ਦੇ ਨਾਂ 'ਤੇ ਬਣਿਆ ਸੀ। ਤੇ ਇਹਨਾਂ ਨੇ ਪਹਿਲੀ ਵਾਰੀ ਮਜਲਿਸ ਸ਼ਾਹ ਹੁਸੈਨ ਨੇ ਸ਼ਾਹ ਹੁਸੈਨ ਦੀ ਪੋਇਟਰੀ ਦੀ ਉਹਦਾ ਇੱਕ ਕਿਤਾਬ ਛਾਪੀ। ਅੱਛਾ। ਇਹ ਪਹਿਲੀ ਸੀ ਐਥੈਂਟਿਕ ਕਿਤਾਬ ਜਿਹੜੀ ਕਿ ਸ਼ਾਹ ਹੁਸੈਨ ਦੀ ਪੋਇਟਰੀ 'ਤੇ ਛਪੀ ਸੀਗੀ। ਅੱਛਾ। ਇਸ ਤੋਂ ਪਹਿਲੇ, ਪਾਰਟੀਸ਼ਨ ਤੋਂ ਪਹਿਲੇ, ਮੋਹਨ ਸਿੰਘ ਦੀਵਾਨਾ ਨੇ ਜਿਹੜੀ ਹੈ ਉਹ ਕਾਫੀਆਂ ਦੀ, ਸ਼ਾਹ ਹੁਸੈਨ ਦੀ ਕਾਫੀਆਂ ਦੀ ਕਿਤਾਬ ਛਾਪੀ ਸੀ। ਠੀਕ ਹੈ। ਸੋ ਲਾਹੌਰ ਸ਼ਹਿਰ ਵਿੱਚ ਜਾਂ ਪੰਜਾਬ ਵਿੱਚ ਸ਼ਾਹ ਹੁਸੈਨ ਜਿਹੜਾ ਉਹ ਬਤੌਰ ਸ਼ਾਇਰ ਦੇ ਜਾਣਿਆ ਨਹੀਂ ਸੀ ਜਾਂਦਾ। ਠੀਕ ਹੈ। ਇਹ ਮਜਲਿਸ ਸ਼ਾਹ ਹੁਸੈਨ ਤੋਂ ਸਿਲਸਿਲਾ ਸ਼ੁਰੂ ਹੋਇਆ। ਫਿਰ ਤੁਹਾਨੂੰ ਪਤਾ ਕਿ ਇੱਕ ਸਾਡਾ ਆਪਣਾ ਗਰੁੱਪ ਸੀਗਾ ਜਿਹੜਾ ਅਸੀਂ ਨਜਮ ਹੁਸੈਨ ਸੀ ਇਹਦੇ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਸੰਗਤ, ਉਹਦੇ ਵਿੱਚ ਸ਼ਾਹ ਹੁਸੈਨ ਪੜ੍ਹਿਆ ਗਿਆ। ਠੀਕ ਹੈ। ਇੱਕ ਇੱਕ ਕਾਫੀ ਕਰਕੇ ਉਹਨੂੰ ਪੜ੍ਹਿਆ ਜਾਂਦਾ ਸੀ। ਉਹਦੇ ਵਿੱਚ ਪਹਿਲੇ ਕਾਫੀ ਪੜ੍ਹੀ ਜਾਂਦੀ ਸੀ, ਫਿਰ ਉਹਦੀ ਪਹਿਲੇ ਤੋਂ ਤਰਜ਼ ਬਣੀ ਹੁੰਦੀ ਸੀ, ਫਿਰ ਉਹ ਗਾਇਆ ਜਾਂਦਾ ਸੀ, ਵਗੈਰਾ ਵਗੈਰਾ ਵਗੈਰਾ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਪਠਾਣੇ ਖਾਨ, ਮਸ਼ਹੂਰ ਫੋਕ ਸਿੰਗਰ,
ਪਠਾਣੇ ਖਾਨ ਜਦੋਂ ਲਾਹੌਰ ਆਇਆ ਪਹਿਲੀ ਵਾਰੀ, ਹਾਂ ਔਰ ਉਹ ਤੇ ਉਹਨੂੰ ਸ਼ਾਹ ਹੁਸੈਨ ਉਹਨੇ ਨਹੀਂ ਸੀ ਕਦੀ ਗਾਇਆ। ਠੀਕ ਹੈ, ਉਹਨੇ ਸ਼ਾਹ ਹੁਸੈਨ ਦਾ ਉਹਨੂੰ ਕੋਈ ਖਾਸ ਪਤਾ ਨਹੀਂ ਸੀ ਹੈਗਾ। ਬਿਲਕੁਲ ਠੀਕ ਹੈ। ਉਹ ਜਦੋਂ ਸਾਡੇ ਗਰੁੱਪ ਨਾਲ ਮਿਲਿਆ ਤੇ ਅਸੀਂ ਸ਼ਾਹ ਹੁਸੈਨ ਦੀਆਂ ਕਾਫੀਆਂ ਨੂੰ ਸੁਣਾਈਆਂ ਤੇ ਉਹਨੇ ਸ਼ਾਹ ਹੁਸੈਨ ਨੂੰ ਗਾਣਾ ਸ਼ੁਰੂ ਕੀਤਾ। ਠੀਕ ਹੈ, ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸ਼ਾਹ ਹੁਸੈਨ ਦੀ ਜਿਹੜੀ ਰਿਵਾਈਵਲ ਹੈ ਠੀਕ ਹੈ। ਪੰਜਾਬ ਵਿੱਚ, ਉਹ ਪਿਛਲੇ 30-40 ਸਾਲਾਂ ਵਿੱਚ ਹੋਈ ਹੈ। ਅੱਛਾ, ਅਗਰ ਸ਼ਾਹ ਹੁਸੈਨ ਦੀ ਬਤੌਰ ਸ਼ਾਇਰ ਡਿਵੈਲਪਮੈਂਟ ਜਿਹੜੀ ਜਾਂ ਉਹ ਜੋ ਰਿਵਾਈਵਲ ਜਿਹੜਾ ਹੈ ਉਹ ਪਿਛਲੇ 30-40 ਸਾਲਾਂ ਤੋਂ ਹੈ, ਇਹਦਾ ਮਤਲਬ ਹੈ ਕਿ ਇੰਡੀਅਨ ਪੰਜਾਬ ਜਿਹੜਾ ਹੈ ਉਹਦੇ 'ਚ ਹਾਲੇ ਵੀ ਅਜੇ ਵੀ ਹੈ। ਨਹੀਂ ਹੋਇਆ। ਅੱਛਾ, ਨਹੀਂ, ਅਜੇ ਵੀ ਇੰਡੀਅਨ ਈਸਟ ਪੰਜਾਬ ਵਿੱਚ ਅਜੇ ਵੀ ਸ਼ਾਹ ਹੁਸੈਨ ਦਾ ਉਹ ਰਿਵਾਈਵਲ ਨਹੀਂ ਹੋਇਆ ਬਤੌਰ ਕਲਾਸੀਕਲ ਪੋਇਟ ਦੇ, ਠੀਕ ਹੈ। ਜਿਹੜਾ ਕਿ ਉਹ ਡਿਜ਼ਰਵ ਕਰਦਾ ਹੈ। ਹੂੰ, ਇਸ ਲਈ ਸਾਡੇ ਹਾਂ ਤੇ ਚੂੰਕਿ ਸਿੰਗਰਸ ਨੇ, ਉਸ ਤੋਂ ਬਾਅਦ ਮੇਰਾ ਖਿਆਲ ਕੋਈ ਐਸਾ ਸਿੰਗਰ ਨਹੀਂ ਹੈਗਾ ਹੂੰ, ਜਿਹਨੇ ਸ਼ਾਹ ਹੁਸੈਨ ਨੂੰ ਨਹੀਂ ਗਾਇਆ। ਹੂੰ, ਹਰ ਸਿੰਗਰ ਨੇ ਗਾਇਆ ਹੂੰ, ਔਰ ਬਹੁਤ ਅੱਛਾ ਗਾਇਆ। ਹੂੰ, ਆਪ ਦਾ ਪਰਵੀਨ ਨੇ ਬਹੁਤ ਅੱਛਾ ਗਾਇਆ, ਹੁਸੈਨ ਬਖਸ਼ ਡਾਢੀ ਨੇ ਬਹੁਤ ਅੱਛਾ ਗਾਇਆ, ਪਠਾਣੇ ਖਾਨ ਨੇ ਜੋ ਕਾਫੀਆਂ ਗਾਈਆਂ ਨੇ ਬਹੁਤ ਅੱਛੀਆਂ ਗਾਈਆਂ ਨੇ, ਗੁਲਾਮ ਹੁਸੈਨ ਗੁੱਲੂ ਨੇ ਜਿਹੜੀਆਂ ਗਾਈਆਂ ਨੇ ਉਹ ਬਹੁਤ ਅੱਛੀਆਂ ਕਾਫੀ ਗਾਈਆਂ ਨੇ। ਹੁਣ ਤਾਂ ਉਹ ਮੇਨ ਸਿੰਗਰ ਹੋ ਗਿਆ ਨਾ ਜੀ, ਤੇ ਇਸ ਵਾਸਤੇ ਲੇਕਿਨ ਇਹ ਸੀਨ ਪੂਰਾ ਪਿਛਲੇ 30-35 ਸਾਲ ਦਾ ਹੈ। ਇਸ ਤੋਂ ਪਹਿਲੇ ਇਹ ਸੀਨ ਨਹੀਂ ਸੀ ਹੈਗਾ। ਅੱਛਾ, ਕਮਿੰਗ ਬੈਕ ਟੂ ਦ ਫਰਸਟ ਕੁਐਸਚਨ ਕਿ ਐਜ਼ ਅ ਪੀਰ ਉਹਨਾਂ ਨੇ ਆਪ ਡਿਨਾਊਂਸ ਕੀਤਾ ਹੈ ਕਿ ਮੈਨੂੰ ਪੀਰ ਨਾ ਕਹੋ, ਮੰਨੋ ਮੈਨੂੰ ਪੀਰ ਨਾ ਕਹੋ, ਔਰ ਇਸ ਤੋਂ ਬਾਵਜੂਦ ਉਹ ਐਜ਼ ਅ ਪੀਰ ਜ਼ਿਆਦਾ ਮਸ਼ਹੂਰ ਹੋ ਗਏ ਸਨ, ਔਰ ਫਿਰ ਐਜ਼ ਅ ਪੋਇਟ ਮਤਲਬ ਬਾਅਦ ਵਿੱਚ ਇਹ ਰੀਸੈਂਟ ਹਿਸਟਰੀ ਹੈ ਜਿਹਦੇ 40-50 ਸਾਲਾਂ 'ਚ ਦੁਬਾਰਾ ਰਿਵਾਈਵ ਹੋਇਆ। ਇਹ ਡਿਫਰੈਂਸ ਕਿਉਂ ਹੋਇਆ? ਮਤਲਬ ਇਹ ਹੈ ਕਿ ਜੇ ਮੈਂ ਕਹਾਂ ਕਿ ਮੈਂ ਪੀਰ ਨਹੀਂ ਹੈ ਤੇ ਤੁਸੀਂ ਮੈਨੂੰ ਪੀਰ ਬਣਾ ਲਓ ਤੇ ਮੇਰਾ ਇਹਦੇ 'ਚ ਕੀ ਵਸ ਹੈ? ਸ਼ਾਹ ਹੁਸੈਨ ਤੇ ਇੰਸਟੀਟਿਊਸ਼ਨ ਨੂੰ ਮੰਨਦਾ ਹੀ ਨਹੀਂ ਸੀ। ਪੀਰੀ ਤੇ ਇੱਕ ਇੰਸਟੀਟਿਊਸ਼ਨ ਹੈ ਠੀਕ ਹੈ। ਤੇ ਸ਼ਾਹ ਹੁਸੈਨ ਤੇ ਉਹ ਪੋਇਟ ਹੈ ਜਾਂ ਉਹ ਇੰਟਲੈਕਚੁਅਲ ਹੈ ਜਿਹੜਾ ਕਿ ਟੋਟਲ ਐਂਟੀ ਐਸਟੈਬਲਿਸ਼ਮੈਂਟ ਹੈ। ਮਤਲਬ ਐਸਟੈਬਲਿਸ਼ਮੈਂਟ ਨਾਲ ਉਹਦਾ ਕੋਈ ਦੂਰ ਦਾ ਵੀ ਤਲਕ ਨਹੀਂ ਹੈਗਾ। ਮਤਲਬ ਦੇਖੋ ਨਾ ਜੀ, ਖੈਰ ਇਹ ਗੱਲ ਅਸੀਂ ਬਾਅਦ ਚ ਕਰਾਂਗੇ, ਪਹਿਲੇ ਅਸੀਂ ਠੀਕ ਹੈ, ਸ਼ਾਹ ਹੁਸੈਨ ਦੀ ਥੋੜੀ ਜਿਹੀ ਬੈਕਗਰਾਉਂਡ ਦੇ ਬਾਰੇ ਚ ਗੱਲ ਕਰ ਲਈਏ। ਅੱਛਾ, ਠੀਕ ਹੈ, ਠੀਕ ਹੈ, ਠੀਕ ਹੈ, ਕਿ ਸ਼ਾਹ ਹੁਸੈਨ ਕਿਹੜੇ ਪੀਰੀਅਡ ਦਾ ਸ਼ਾਇਰ ਸੀ। ਔਰ ਠੀਕ ਹੈ। ਸ਼ਾਹ ਹੁਸੈਨ 1538 ਚ ਹੂੰ, ਪੈਦਾ ਹੋਏ ਸਨ ਹੂੰ, ਤੇ 1599 ਵਿੱਚ ਗੁਜ਼ਰ ਗਏ ਸਨ। ਹੂੰ, ਸੋ ਮਤਲਬ ਉਹ 16ਵੀਂ ਸਦੀ ਦੇ ਸ਼ਾਇਰ ਸਨ ਹੂੰ, ਤੇ ਆਖਰੀ ਉਮਰ ਜਿਹੜੀ ਹੈ ਉਹਨਾਂ ਨੇ 15 ਸਾਲ। ਹੂੰ, ਅਕਬਰ ਬਾਦਸ਼ਾਹ ਵੀ ਜਿਹੜਾ ਸੀ ਉਹ ਲਾਹੌਰ ਦੇ ਵਿੱਚ ਉਹਨੇ ਆਪਣਾ ਜੀ ਜੀ ਡੇਰਾ ਲਾਇਆ ਸੀ। ਡੇਰਾ ਲਾਇਆ ਸੀ ਹਾਂ, ਤੇ ਸ਼ਾਹ ਹੁਸੈਨ ਵੀ ਲਾਹੌਰ ਉਹ ਤੇ ਹੈ ਹੀ ਲਾਹੌਰ ਦਾ ਨਾ ਮਤਲਬ। ਲਾਹੌਰ ਦਾ ਸੀ ਠੀਕ ਹੈ, ਤੇ ਸ਼ਾਹ ਹੁਸੈਨ ਵੀ 15 ਸਾਲ ਲਾਹੌਰ 'ਚ ਹੀ ਰਿਹਾ। ਠੀਕ ਹੈ। ਸੋ ਅਕਬਰ ਬਾਦਸ਼ਾਹ ਤੇ ਸ਼ਾਹ ਹੁਸੈਨ ਇੱਕ ਹੀ ਪੀਰੀਅਡ ਦੇ ਵਿੱਚ ਹੂੰ, ਲਾਹੌਰ ਵਿੱਚ ਰਹੇ ਨੇ। ਔਰ ਆਮਣੇ ਸਾਹਮਣੇ ਰਹੇ। ਇਹ ਆਮਣੇ ਸਾਹਮਣੇ ਰਹੇ ਨੇ। ਸ਼ਾਹ ਹੁਸੈਨ ਜਿਹੜੇ ਨੇ ਇਹਨਾਂ ਦੇ ਜਿਹੜੇ ਇਹਨਾਂ ਦੇ ਵਾਲਦ ਸਾਹਿਬ ਸਨ, ਉਹ ਉਹਨਾਂ ਦਾ ਨਾਂ ਸੀ ਸ਼ੇਖ ਉਸਮਾਨ ਨੌਸਿਖੀਆ। ਅੱਛਾ, ਤੇ ਵੈਸੇ ਤਾਂ ਇਹ ਕਿਹਾ ਜਾਂਦਾ ਕਿ ਉਹਨਾਂ ਦੇ ਦਾਦਾ, ਇਹ ਆਪਣਾ ਇੱਕ ਰਾਜਪੂਤਾਂ ਦੀ ਗੋਤ ਹੈ ਢੋਡੀ, ਤੇ ਉਹਦੇ ਚੋਂ ਬਿਲੋਂਗ ਕਰਦੇ ਨੇ। ਵੈਸੇ ਤਾਂ ਕਿਹਾ ਜਾਂਦਾ ਕਿ ਉਹਨਾਂ ਦੇ ਦਾਦਾ ਜਾਂ ਉਹਨਾਂ ਦੇ ਹੋਏ ਸਨ ਮੁਸਲਮਾਨ, ਕਨਵਰਟ ਹੋਏ ਸਨ। ਪਰ ਮਤਲਬ ਇਹ ਹੈ ਕਿ ਜੀਤ ਸਿੰਘ ਸੀਤਲ ਔਰ ਬਾਕੀ ਹੋਰ ਬਹੁਤ ਸਾਰੇ ਬੰਦਿਆਂ ਨੇ ਇਹ ਰਿਸਰਚ ਕੀਤੀ ਹੈ ਕਿ ਐਕਚੁਅਲੀ ਸ਼ਾਹ ਹੁਸੈਨ ਦੇ ਜਿਹੜੇ ਵਾਲਦ ਸਾਹਿਬ ਸਨ, ਉਸਮਾਨ ਸ਼ੇਖ ਉਸਮਾਨ ਨੌਸਿਖੀਆ, ਉਹ ਅਸਲ 'ਚ ਮੁਸਲਮਾਨ ਹੋਏ ਸਨ। ਅੱਛਾ, ਹਾਂ, ਤੇ ਉਹ ਨੌਸਿਖੀਆ ਉਹਨਾਂ ਨੂੰ ਇਸ ਲਈ ਕਿਹਾ ਜਾਂਦਾ ਸੀ ਕਿ ਉਹ, ਮੇਰਾ ਖਿਆਲ ਹੈ, ਮੇਰਾ ਆਪਣਾ ਜ਼ਾਤੀ ਖਿਆਲ ਇਹ ਹੈ ਕਿ ਉਹ ਕਿਸੇ ਹੋਰ ਇਲਾਕੇ 'ਚ, ਕਿਸੇ ਰੂਰਲ ਇਲਾਕੇ 'ਚ ਰਹਿੰਦੇ ਸਨ, ਮੁਸਲਮਾਨ ਹੋ ਗਏ, ਉੱਥੇ ਸਰਵਾਈਵ ਨਹੀਂ ਸੀ ਕਰ ਸਕਦੇ, ਅੱਛਾ, 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 ਤੇ ਉਹ ਲਾਹੌਰ ਆ ਗਏ। ਠੀਕ ਹੈ। ਉੱਥੇ ਆ ਕੇ ਉਹਨਾਂ ਨੇ ਜੁਲਾਹਿਆਂ ਦਾ ਪੇਸ਼ਾ ਇਖਤਿਆਰ ਕੀਤਾ। ਹਾਂ, ਠੀਕ ਹੈ। ਤੇ ਜੁਲਾਹਿਆਂ ਦਾ ਪੇਸ਼ਾ ਤੇ ਤੁਹਾਨੂੰ ਪਤਾ ਕਾਫੀ ਸੋਫਿਸਟੀਕੇਟਡ ਪੇਸ਼ਾ ਹੈ, ਉਹ 'ਚ ਕਾਫੀ ਸਿਖਲਾਈ ਦੀ ਲੋੜ ਹੈ।
ਤੇ ਇਸ ਵਾਸਤੇ ਉਹਨਾਂ ਨੂੰ ਨੌਸਿਖੀਆ ਉਸਮਾਨ ਕਹਿੰਦੇ ਸਨ। ਅੱਛਾ ਅੱਛਾ। ਇਹ ਜਿਹੜਾ ਸ਼ਾਹ ਹੁਸੈਨ ਦੀ ਕਾਫੀਆਂ 'ਚ ਬਾਰ-ਬਾਰ ਆਉਂਦਾ ਨਾ ਚਰਖੇ ਦਾ, ਤੇ ਉਸ ਵੇ ਨਾਲ ਆਉਂਦਾ। ਅਨੀ ਹੁਸੈਨੋ ਜੁਲਾਹਾ, ਹਾਂ ਹਾਂ ਦੇਖੋ ਨਾ ਹਾਂ। ਡਿਫਾਈਨ ਕਰਦੇ ਨੇ ਆਪਣੇ ਆਪ ਨੂੰ, ਅਨੀ ਹੁਸੈਨੋ ਜੁਲਾਹਾ, ਨਾ ਸਮੂਲ ਨੂੰ ਲਾਹਾ, ਨਾ ਮੰਗਿਆ ਨਾ ਪਰਨਾਇਆ, ਨਾ ਉਸ ਗੰਢ ਨਾ ਸਾਹਾ, ਜੋ ਆਹਾ ਸੋ ਆਹਾ। ਅੱਛਾ, ਹੁਣ ਮਤਲਬ ਸ਼ਾਹ ਹੁਸੈਨ ਦਾ ਇਹ ਜਿਹੜਾ ਜੁਲਾਹਾ ਹੈ ਨਾ, ਇਹ ਅਸੀਂ ਆਮ ਤੌਰ 'ਤੇ ਸਿੰਪਲਿਸਿਟੀ ਦੇ ਵਿੱਚ ਇਹ ਕਹਿ ਦਿੰਦੇ ਹਾਂ ਕਿ ਜੀ ਸ਼ਾਹ ਹੁਸੈਨ ਦਾ ਪਿਓ ਚੂੰਕਿ ਜੁਲਾਹਾ ਸੀਗਾ, ਠੀਕ ਹੈ, ਇਸ ਵਾਸਤੇ ਸ਼ਾਹ ਹੁਸੈਨ ਆਪਣੇ ਆਪ ਨੂੰ ਜੁਲਾਹਾ ਕਹਿ ਰਿਹਾ। ਫੈਕਟ ਇਹ ਨਹੀਂ ਹੈਗੀ। ਮਤਲਬ ਇਹ ਹੈ ਕਿ ਤੁਸੀਂ ਦੂਸਰੇ ਸ਼ਾਇਰਾਂ ਨੂੰ ਦੇਖਦੇ ਹੋ, ਉਹ ਆਪਣੇ ਪਿਓਾਂ ਦੇ ਪੇਸ਼ੇ ਦੇ ਉੱਤੇ ਤੇ ਨਾ ਆਪਣੇ ਆਪ ਨੂੰ ਜ਼ਾਹਰ ਕਰਦੇ। ਫੈਕਟ ਇਹ ਹੈਗਾ ਕਿ ਜੁਲਾਹਾ ਜਿਹੜਾ ਇੱਕ ਟਰਮ ਸੀਗੀ। ਅੱਛਾ, ਜੁਲਾਹਾ ਇੱਕ ਖੁਦ ਟਰਮ ਸੀਗੀ ਕਿ ਜਿਹੜੇ ਨੌ ਮੁਸਲਿਮ ਨੇ, ਠੀਕ ਹੈ, ਜਿਹੜੇ ਹਿੰਦੂ ਤੋਂ ਜਿਹੜੇ ਥਰਡੀ ਜ਼ਾਤ ਦੇ ਲੋਕ, ਠੀਕ 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 ਠੀਕ, ਥਰਡੀ ਜ਼ਾਤ ਦੇ ਲੋਕ ਮੁਸਲਮਾਨ ਹੁੰਦੇ ਸਨ, ਠੀਕ, ਉਹਨਾਂ ਦੀ ਇੱਕ ਜਨਰਲ ਟਰਮ ਸੀ ਜੁਲਾਹਾ। ਜਿਵੇਂ ਅੱਜ ਕੱਲ੍ਹ ਹੁਣ ਚੂੜਾ ਕਹਿ ਦਿੰਦੇ ਨੇ, ਚੂੜਾ ਕਹਿੰਦੇ ਨੇ। ਅੱਛਾ ਅੱਛਾ ਅੱਛਾ, ਇਹ ਮੈਨੇ ਸੀ ਉਹਦਾ। ਠੀਕ ਹੈ, ਮਤਲਬ ਇਹ ਹੈ ਕਿ ਜਿਹੜੇ ਮੁਸਲਮਾਨ ਪੂਰੇ ਮੁਸਲਮਾਨ ਪੀਰੀਅਡ ਦੇ ਵਿੱਚ ਛੋਟੀਆਂ ਜ਼ਾਤਾਂ ਤੋਂ ਕਨਵਰਟ ਹੋ ਕੇ ਤੇ ਮੁਸਲਮਾਨ ਹੋਏ, ਉਹਨਾਂ ਦੇ ਨਾਲ ਜਿਹੜਾ ਰਵੱਈਆ ਸੀਗਾ ਹੁਕਮਰਾਨਾਂ ਦਾ, ਮੁਸਲਮਾਨ ਹੁਕਮਰਾਨਾਂ ਦਾ, ਜਿਹੜੇ ਸੈਂਟਰਲ ਏਸ਼ੀਆ ਔਰ ਅਫਗਾਨਿਸਤਾਨ ਔਰ ਇਸ ਇਲਾਕੇ 'ਚੋਂ ਆਏ ਸਨ, ਉਹ ਰਵੱਈਆ ਜਿਹੜਾ ਸੀ ਉਹ ਹੀ ਸੀ ਜਿਹੜਾ ਅੰਗਰੇਜ਼ ਦਾ ਚੂੜੇ ਨਾਲ ਸੀ। ਸਹੀ। ਮਸਲਨ ਹਿੰਦੁਸਤਾਨ ਦੇ ਵਿੱਚ ਜਿਹੜਾ ਛੋਟੀ ਜ਼ਾਤ ਦਾ ਬੰਦਾ ਹੈ ਉਹ ਈਸਾਈ ਹੋ ਗਿਆ, ਲੇਕਿਨ ਕਿਆ ਅੰਗਰੇਜ਼ ਨੇ ਉਹਦੀ ਕਲਾਸ ਅਪਲਿਫਟਿੰਗ ਕਰਤੀ? ਉਹ ਵਿਚਾਰਾ ਚੂੜਾ ਦਾ ਚੂੜਾ ਹੀ ਰਿਹਾ। ਬਿਲਕੁਲ ਨਹੀਂ ਕੀਤੀ। ਔਰ ਉਹ ਕਨਵਰਟ ਐਸੀ ਵੇ ਨਾਲ ਹੋਇਆ ਕਿ ਉਹਨੂੰ ਉਹ ਰਿਗਾਰਡ ਰਿਸਪੈਕਟ ਮਿਲੇ। ਬਿਲਕੁਲ, ਲੇਕਿਨ ਉਹ ਨਹੀਂ ਮਿਲਿਆ। ਅੱਛਾ ਅੱਛਾ। ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦੀ ਹਿਸਟਰੀ, ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਕਹਿੰਦੇ ਨਾ ਮੁਸਲਮਾਨ ਕਿਹੜੇ? ਮੁਸਲਮਾਨ ਉਹ ਜਿਹੜੇ ਕਨਵਰਟ ਹੋਏ ਨੇ, ਜਾਂ ਮੁਸਲਮਾਨ ਉਹ ਜਿਹੜੇ ਬਾਹਰੋਂ ਆਏ ਨੇ? ਠੀਕ ਹੈ, ਠੀਕ ਹੈ। ਸੋ ਕਲਾਸ ਡਿਸਟਿੰਕਸ਼ਨ ਆ ਜਾਂਦੀ, ਕਲਾਸ, ਬਿਲਕੁਲ ਕਲਾਸ ਡਿਸਟਿੰਕਸ਼ਨ। ਸੋ ਸ਼ਾਹ ਹੁਸੈਨ ਦੇ ਜਿਹੜੇ ਵੜਕੇ ਸਨ, ਜਾਂ ਕਮ ਸੇ ਕਮ ਉਹਨਾਂ ਦੇ ਜਿਹੜੇ ਵਾਲਾ ਸਾਹਿਬ ਸਨ, ਇਹ ਉਹਨਾਂ ਲੋਕਾਂ 'ਚ ਸਨ ਜਿਹੜੇ ਕਿ ਹਿੰਦੂ ਮੁਸਲਮਾਨ ਹੋਏ ਸਨ, ਲੇਕਿਨ ਹਿੰਦੂ ਮੁਸਲਮਾਨ ਹੋਣ ਨਾਲ ਕੋਈ ਬੈਨੀਫਿਟ ਨਹੀਂ ਸੀ ਮਿਲਦਾ ਲੋਕਾਂ ਨੂੰ, ਉਹਨਾਂ ਨੂੰ ਵੀ ਕੋਈ ਨਹੀਂ ਮਿਲਿਆ। ਅੱਛਾ ਜੀ, ਇਹ ਤੇ ਹੋ ਗਈ ਨਾ ਜਿਹਨੂੰ ਉਰਦੂ 'ਚ ਕਹਿੰਦੇ ਨੇ ਮੁਸਲਮਾਨੋਂ ਕੀ ਹਾਲਤ ਜ਼ਾਰ, ਕਿ ਉਹ ਚਾਹ ਭਾਵੇਂ ਕਨਵਰਟ ਹੋਏ ਹੋਣ, ਉਸ ਤੋਂ ਬਾਵਜੂਦ ਕਲਾਸ ਦਾ ਜਿਹੜਾ ਡਿਫਰੈਂਸ ਸੀ ਨਾ ਉਹ ਉਹੀ ਰਹਿੰਦਾ। ਨਹੀਂ, ਇਹਦੇ 'ਚ ਜਿਹੜੀ ਖਾਸ ਦੇਖਣ ਵਾਲੀ ਗੱਲ ਹੈ ਉਹ ਇਹ ਹੈਗੀ ਹੈ ਕਿ ਸ਼ਾਹ ਹੁਸੈਨ ਜਿਹੜਾ ਹੈ ਭਗਤ ਕਬੀਰ ਤੋਂ ਬਾਅਦ, ਭਗਤ ਕਬੀਰ ਵੀ ਜੁਲਾਇਆ ਸੀ। ਜੀ ਜੀ। ਸ਼ਾਹ ਹੁਸੈਨ, ਇੱਕ ਗੱਲ ਤਾਂ ਇਹ ਹੈਗੀ ਹੈ ਕਿ ਸ਼ਾਹ ਹੁਸੈਨ ਸ਼ਾਇਰ ਹੈ ਜਿਹੜਾ ਕਿ ਵਰਕਿੰਗ ਕਲਾਸ 'ਚੋਂ ਆਇਆ। ਠੀਕ ਹੈ, ਇੱਕ ਗੱਲ। ਦੂਜੀ ਗੱਲ, ਪੰਜਾਬੀ ਦੇ ਕਲਾਸੀਕਲ ਪੋਇਟਸ ਦੇ ਵਿੱਚੋਂ, ਜਾਂ ਕਮ ਸੇ ਕਮ ਮਤਲਬ 18ਵੀਂ 19ਵੀਂ ਸਦੀ ਤੱਕ ਸ਼ਾਹ ਹੁਸੈਨ ਵਾਦ ਸ਼ਾਇਰ ਹੈ ਜਿਹੜਾ ਕਿ ਅਸ਼ਰਾਫੀਆ 'ਚੋਂ ਨਹੀਂ ਹੈਗਾ। ਠੀਕ ਹੈ। ਅਸ਼ਰਾਫੀਆ ਤੋਂ ਮੁਰਾਦ ਮੇਰੀ ਇਹ ਹੈਗੀ ਹੈ ਕਿ ਜਿਹੜਾ ਕਿ ਇਮੀਗ੍ਰੈਂਟਸ ਐਲੀਟ ਵਿੱਚੋਂ ਨਹੀਂ ਆਇਆ। ਮਸਲਨ ਬਾਬਾ ਫਰੀਦ ਜਿਹੜੇ ਨੇ, ਉਹਨਾਂ ਦੇ ਜਿਹੜੇ ਵਡਕੇ ਸਨ ਉਹ ਵੀ ਬਾਹਰੋਂ ਆਏ ਸਨ। ਠੀਕ ਹੈ। ਬੁੱਲੇ ਸ਼ਾਹ ਦੇ ਵਡਕੇ ਵੀ ਬਾਹਰੋਂ ਆਏ ਸਨ, ਸੈਯਦ ਸਨ। ਵਾਰਿਸ ਸ਼ਾਹ ਦੇ ਵੀ ਸੈਯਦ ਸਨ। ਠੀਕ ਹੈ। ਸੋ ਜਾਂ ਤੇ ਨਾਨਕ ਇੰਡੀਜਨਸ ਸੀਗਾ। ਠੀਕ ਹੈ, ਲੇਕਿਨ ਇਹ ਕਨਸੈਪਟ ਇਹਦੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜੇ ਬਾਹਰੋਂ ਆਉਂਦੇ ਨੇ ਉਹ ਬੜਾ ਸੁਪੀਰੀਅਰ ਉਹਨਾਂ ਦਾ ਉਹ ਰਹਿੰਦਾ ਹੈ। ਹਾਂ, ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਘੱਟ ਨਹੀਂ ਹੈ, ਵੱਧ ਨੇ। ਠੀਕ ਹੈ। ਪਰ ਇਹ ਫੈਕਟ ਹੈਗਾ ਹੈ ਕਿ ਨਾਨਕ ਤੋਂ ਬਾਅਦ ਜਿਹੜਾ ਸ਼ਾਹ ਹੁਸੈਨ ਹੈ ਉਹ ਇੱਕ ਇੰਡੀਜਨਸ ਪੋਇਟ ਹੈ, ਜਿਹੜਾ ਕਿ ਲੋਕਲ ਹਿੰਦੂ ਤੋਂ ਮੁਸਲਮਾਨ ਹੋਏ ਨੇ। ਠੀਕ ਹੈ, ਠੀਕ ਹੈ। ਸੋ ਮਤਲਬ ਇਹ ਗੱਲ ਜਿਹੜੀ ਹੈ ਨਾ, ਇਹ ਇੱਕ ਬੇਸ ਲਾਈਨ ਹੈ। ਇਹਦਾ ਕਿੰਨਾ ਫਰਕ ਪੈਂਦਾ ਜਾਂ ਨਹੀਂ ਪੈਂਦਾ, ਇਹ ਮਤਲਬ ਇਹ ਹੈ ਕਿ ਧਿਆਨ 'ਚ ਰਹਿਣਾ ਚਾਹੀਦਾ ਹੈ। ਠੀਕ ਹੈ, ਠੀਕ।
ਖੈਰ ਮਤਲਬ ਜਿਹੜੀ ਸ਼ਾਹ ਹੁਸੈਨ ਹੋਰਾਂ ਦੀ ਜਿਹੜੀ ਅਰਲੀ ਏਜ ਹੈ, ਕਹਿੰਦੇ ਨੇ ਜਿਹਨਾਂ ਟਕਸਾਲੀ ਦਰਵਾਜ਼ੇ ਮੌਲਾਨਾ ਅਬੂ ਬਕਰ ਦੇ ਮਦਰਸੇ 'ਚ ਪੜ੍ਹਿਆ ਔਰ ਫਿਰ ਉਹ ਆਪਣਾ 30-35 ਸਾਲ ਤੱਕ ਉਹ ਇਸ ਦੇ ਵਿੱਚ ਪੜ੍ਹਾਈ ਵਿੱਚ ਲੱਗੇ ਰਹੇ। ਇਸ ਦੌਰਾਨ ਇੱਕ ਸ਼ਾਹ ਬਹਿਲੂਲ ਦਰਿਆਈ ਸਨ ਚਨਿਓੜ ਦੇ, ਉਹਨਾਂ ਦੇ ਆਪ ਮੁਰੀਦ ਸਨ। ਠੀਕ ਹੈ। ਤੇ ਕੁਰਾਨ ਵੀ ਹਿਫਜ਼ ਕੀਤਾ ਔਰ ਸਾਰੀ ਰਾਤ ਦਰਿਆ ਰਾਵੀ ਦੇ ਉੱਤੇ ਵਿੱਚ ਖਲੋ ਕੇ ਤੇ ਆਪ ਦੀਆਂ ਬਾਤਾਂ ਵੀ ਕੀਤੀਆਂ। ਤੇ ਇੱਕ ਦਿਨ ਆਪ ਇਮਾਮਤ ਕਰ ਰਹੇ ਸਨ। ਅੱਛਾ, ਮਸਜਿਦ ਵਿੱਚ ਕਿਸੇ ਨਮਾਜ਼ ਦੀ ਇਮਾਮਤ ਕਰ ਰਹੇ ਸਨ। ਉਹਦੇ ਵਿੱਚ ਜਦੋਂ ਇਹ ਆਇਤ ਆਈ ਕਿ ਦੁਨੀਆ ਜਿਹੜੀ ਹੈ ਉਹ ਹਿੱਸਣ ਖੇਡਣ ਦੀ ਥਾਂ ਹੈ, ਠੀਕ ਹੈ, ਤੇ ਆਪ ਹੱਸਦੇ ਜਮਾਤ ਕਰਾਉਂਦੇ ਛੱਡ ਕੇ ਤੇ ਉੱਥੋਂ ਬਾਹਰ ਨਿਕਲ ਗਏ ਔਰ ਉਸ ਤੋਂ ਬਾਅਦ ਆਪ ਨੇ ਆਪਣਾ ਕੀ ਕਹਿੰਦੇ ਨੇ ਡਾਂਸ ਕਰਨਾ ਔਰ ਉਹ ਸ਼ੁਰੂ ਕਰ ਦਿੱਤਾ। ਮਤਲਬ ਇਹ ਹੈ ਕਿ ਬਲੋਲ ਦਰਿਆਈ ਨੂੰ ਜਾ ਕੇ ਲੋਕਾਂ ਦੱਸਿਆ ਕਿ ਜੀ ਤੇਰਾ ਮੁਰੀਦ ਤੇ ਬਿਲਕੁਲ ਹੀ ਅਜੀਬੋ ਗਰੀਬ ਹੋ ਗਿਆ, ਬਾਗੀ ਹੋ ਗਿਆ, ਤੁਹਾਨੂੰ ਸਮਝਾਓ ਜਾ ਕੇ। ਤੇ ਬਲੋਲ ਦਰਿਆਈ ਵਾਪਸ ਆਏ ਤੇ ਉਹਨਾਂ ਨੇ ਆ ਕੇ ਸ਼ਾਹ ਹੁਸੈਨ ਨੂੰ ਕਿਹਾ ਕਿ ਤੂੰ ਬੰਦਾ ਬਣ ਤੇ ਜਮਾਤ ਕਰਵਾ। ਅੱਛਾ। ਤੇ ਸ਼ਾਹ ਹੁਸੈਨ ਨੇ ਜਮਾਤ ਕਰਵਾਉਣੀ ਸ਼ੁਰੂ ਕਰਤੀ। ਅੱਛਾ। ਉਹ ਫਿਰ ਇੱਕ ਕੁਰਾਨ ਦੀ ਆਇਤ ਆਈ ਜਿਹਦਾ ਆਲਮੋਸਟ ਮਕਸਦ ਇਹੋ ਹੀ ਸੀਗਾ ਕਿ ਇਹ ਦੁਨੀਆ ਜਿਹੜੀ ਹੈ ਇਹ ਰਹਿਣ ਦੀ, ਇੰਜੋਏ ਕਰਨ ਦੀ ਜਗ੍ਹਾ ਹੈਗੀ ਹੈ। ਤੇ ਆਪ ਹੱਸਦੇ ਫਿਰ ਅੱਗੋਂ ਨਿਕਲ ਗਏ। ਸੋ ਉਸ ਤੋਂ ਬਾਅਦ ਸ਼ਾਹ ਹੁਸੈਨ ਜਿਹੜਾ ਹੈ ਉਹ ਸ਼ਾਹ ਹੁਸੈਨ ਹੋਰੀ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਇੱਕ ਮਲੰਗ ਦੇ ਤੌਰ ਦੇ ਉੱਤੇ ਇੱਕ ਡਾਂਸਿੰਗ ਔਰ ਸ਼ਰਾਬ ਪੀਣੀ ਹੈ ਔਰ ਡਾਂਸ ਕਰਨਾ ਹੈ ਔਰ ਵਗੈਰਾ ਵਗੈਰਾ ਵਗੈਰਾ। ਉਹ ਮੌਲਾਨਾ ਇੱਕ ਹਿਸਟੋਰੀਅਨ ਹੈ ਸਰਹੰਦੀ, ਉਹ ਕਹਿੰਦਾ ਹੈ ਕਿ ਸ਼ਾਹ ਹੁਸੈਨ ਦਾ ਇਹ ਕਹਿਣਾ ਹੁੰਦਾ ਸੀ ਕਿ ਆਪਣੇ ਆਪ ਨੂੰ ਮਨਾ ਕੇ ਆ ਤੇ ਮੇਰੇ ਨਾਲ ਬਹਿ ਕੇ ਠੂਠੀ ਪੀ। ਮਤਲਬ ਸਿਰ ਆਪਣਾ ਸਾਰਾ ਸਿਰ ਨਹੀਂ, ਸਿਰ ਮੁੱਛਾਂ ਭਰਵੱਟੇ ਸਭ ਕੁਝ ਮਨਾ ਕੇ ਆ। ਠੀਕ ਹੈ। ਇਹ ਤੁਸੀਂ ਬੜਾ ਅੱਛੀ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਜਿਹੜੀ ਸ਼ਾਹ ਹੁਸੈਨ ਦੀਆਂ ਮੌਲਵੀਆਂ ਨੇ ਤਸਵੀਰਾਂ ਇਨਸਰਟ ਕੀਤੀਆਂ ਨੇ ਨਾ ਜੀ ਆਪਣਾ ਇੰਟਰਨੈਟ ਦੇ ਉੱਤੇ, ਉਹ 'ਚ ਸ਼ਾਹ ਹੁਸੈਨ ਦੇ ਭਰਵੱਟੇ ਵੀ ਹਨ ਤੇ ਸ਼ਾਹ ਹੁਸੈਨ ਦੀ ਦਾੜੀ ਵੀ ਹੈਗੀ ਹੈ। ਅੱਛਾ ਅੱਛਾ ਅੱਛਾ। ਸ਼ਾਹ ਹੁਸੈਨ ਤੇ ਦਾੜੀ ਮੁੱਛਾਂ ਹਰ ਸ਼ਾਹ ਦੇ ਉਹ ਸ਼ਰਤ ਇਹ ਸੀ ਕਿ ਹਰ ਸ਼ਾਹ ਬਣਵਾ ਕੇ ਆਓ, ਕਿਉਂਕਿ ਇਹ ਉਹਦਾ ਈਗੋ ਦੇ ਨਾਲ ਔਰ ਉਹਦੀ ਆਪਣੇ ਸੈਲਫ ਉਹਦੇ ਪੋਰਟਰੇਲ ਦੇ ਨਾਲ ਬਿਲਕੁਲ ਬਿਲਕੁਲ ਮਤਲਬ ਹਰ ਜਿਹੜੀ ਮੁੱਛਾਂ ਦਾੜੀ ਵਾਲ ਭਰਵੱਟੇ ਇਹਨਾਂ ਦੇ ਨਾਲ ਬੰਦੇ ਦੀ ਬੜੀ ਆਦਰ ਭਾਅ, ਬੰਦੇ ਦੀ ਇੱਜ਼ਤ ਜਿਹੜੀ ਹੈ ਨਾ ਉਹ ਜੁੜੀ ਹੋਈ ਹੈ ਨਾ। ਤੇ ਇਸ ਵਾਸਤੇ ਉਹਨਾਂ ਨੇ ਕਿਹਾ ਜੀ ਇਹ ਸਾਰਾ ਬਣਵਾ ਕੇ ਆ ਤੇ ਮੇਰੇ ਨਾਲ ਬਹਿ ਕੇ ਠੂਠੀ ਪੀ। ਇਹ ਸ਼ਰਤ ਸੀਗੀ ਮੁਰੀਦ ਹੋਣ ਦੀ। ਬਲਕਿ ਮੇਰੇ ਕੋਲ ਸਬੂਤ ਤਾਂ ਕੋਈ ਨਹੀਂ ਹੈਗਾ ਔਰ ਲੇਕਿਨ ਮੈਂ ਓਰਲ ਟ੍ਰੈਡੀਸ਼ਨ ਤੋਂ ਇਹ ਸੁਣਿਆ ਹੈ ਕਿ ਕੁਝ 100 ਸਾਲ ਪਹਿਲੇ ਜਾਂ 200 ਸਾਲ ਪਹਿਲੇ ਜੀ ਆਪਣਾ ਜਿਹੜਾ ਮੇਲਾ ਚਰਾਗਾ ਸੀ ਸ਼ਾਹ ਹੁਸੈਨ ਦੇ ਮੇਲੇ ਦੇ ਉੱਤੇ ਜਿਹੜਾ ਚੜਾਵਾ ਸੀ ਉਹ ਸ਼ਰਾਬ ਦੀ ਬੋਤਲ ਚੜ੍ਹਦੀ ਸੀ। ਅੱਛਾ। ਹਾਂ, ਇਹਦੀ ਕੋਈ ਰਿਕਾਰਡਿੰਗ ਨਹੀਂ ਹੈ, ਇਹਦੀ ਕੋਈ ਰਿਕਾਰਡਿੰਗ ਨਹੀਂ ਹੈਗੀ ਔਰ ਇਹ ਮਤਲਬ ਕਿਹਾ ਨਹੀਂ ਜਾ ਸਕਦਾ ਕਿ ਇਹ ਸਹੀ ਹੈ ਗਲਤ ਹੈ। ਲੇਕਿਨ ਇਹ ਕਿ ਇੱਕ ਬੰਦਾ ਜਿਹੜਾ ਹੈ ਕਿ ਓਪਨਲੀ ਜਿਹਦੇ ਬਾਰੇ 'ਚ ਇਹ ਕਿਹਾ ਜਾਂਦਾ ਹੈ, ਜਿਹੜਾ ਮੰਨਿਆ ਜਾਂਦਾ ਹੈ, ਤਸਲੀਮਸ਼ੁਦਾ ਹਕੀਕਤ ਹੈਗੀ ਹੈ ਕਿ ਉਹ ਠੂਠੀ ਪੀਂਦਾ ਸੀ ਤੇ ਡਾਂਸ ਕਰਦਾ ਸੀ। ਤੇ ਉਹਦੇ ਬਾਰੇ 'ਚ ਇਹ ਕੋਈ ਐਸੀ ਗੱਲ, ਐਸੀ ਅਨਐਕਸਪੈਕਟਡ ਗੱਲ ਨਹੀਂ ਹੈ ਕਿ ਲੋਕ ਚੜਾਵਾ ਇਹ ਚੜਾਉਂਦੇ ਹੋਣਗੇ।
ਸਹੀ ਮਤਲਬ ਮੈਨੂੰ ਨਹੀਂ ਪਤਾ, ਮੈਂ ਇਹ ਨਹੀਂ ਕਹਿ ਰਿਹਾ ਕਿ ਇੰਜ ਹੀ ਹੁੰਦਾ ਹੋਏਗਾ, ਲੇਕਿਨ ਹਾਂ ਹਾਂ, ਲੇਕਿਨ ਇਹ ਓਰਲ ਟ੍ਰੈਡੀਸ਼ਨ ਜਿਹੜੀ ਨਾਲ ਨਾਲ ਚੱਲ ਰਹੀ ਹੈ, ਸਾਨੂੰ ਓਰਲ ਟ੍ਰੈਡੀਸ਼ਨ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਤੇ ਲਿਖੀ ਹੋਈ ਟ੍ਰੈਡੀਸ਼ਨ ਚੱਲ ਰਹੀ ਹੈ। ਔਰ ਜ਼ਾਹਰ ਗੱਲ ਹੈ ਕਿ ਲਿਖੀ ਹੋਈ ਟ੍ਰੈਡੀਸ਼ਨ ਜਿਹੜੀ ਹੈ ਉਹਦੇ ਵਿੱਚ ਜਿਹੜੀ ਲੋਕ ਬਹੁਤ ਮੁਹਤਾਤ ਹੋ ਕੇ ਲਿਖਦੇ ਨੇ, ਔਰ ਲੋਕ ਇਹ ਵੀ ਸੋਚਦੇ ਨੇ ਕਿ ਜੀ ਜਿਹੜੀ ਹਕੂਮਤ ਹੈ, ਸਰਕਾਰ ਹੈ, ਉਹ ਕਿੰਜ ਵੇਖੇਗੀ। ਉਹ ਸ਼ਾਹ ਹੁਸੈਨ ਜਦੋਂ ਇਹ ਕੋਈ 35 ਕੋਈ 30s ਦੇ ਵਿੱਚ ਸਨ, ਜਦੋਂ ਇਹਨਾਂ ਨੇ ਇਹ ਮਜ਼ਹਬੀ ਜਿਹੜਾ ਪੁਰਾਣਾ ਢੰਗ ਸੀ ਉਹ ਛੱਡਿਆ ਤੇ ਮਲੰਗ ਹੋ ਗਏ। ਫਿਰ ਉਸ ਤੋਂ ਬਾਅਦ ਅੱਛਾ, ਇਹ ਉਹ ਢੰਗ ਹੈ ਜੋ ਕਿ ਫਾਰਮਲ ਚੱਲਿਆ ਆ ਰਿਹਾ ਸੀ, ਜੋ ਮੁਰੀਦ ਨੇ, ਜੋ ਪੀਰ ਨੇ ਵੀ ਦੱਸਿਆ, ਫਿਰ ਮੁਰੀਦ ਨੇ ਉਹਨੂੰ ਫੋਲੋ ਕੀਤਾ ਔਰ ਉਸ ਤੋਂ ਬਾਅਦ ਉਹਨੂੰ ਉਹ ਕਰਦੇ ਰਹੇ। ਬਿਲਕੁਲ। ਔਰ ਫਿਰ ਇੱਕ ਸਮਾਂ ਇੱਕਦਮ ਉਸ ਤੋਂ ਬਾਅਦ ਉਹ ਉਸ ਤੋਂ ਵੱਖ ਹੋ ਗਏ। ਬਿਲਕੁਲ ਉਹਨੂੰ ਨਿਗੇਟ ਕਰ ਦਿੱਤਾ। ਠੀਕ ਹੈ, ਨਿਗੇਟ ਕਰਤਾ, ਔਰ ਨਿਗੇਟ ਕਰਕੇ ਆਪ ਮਲੰਗ ਹੋ ਗਏ। ਔਰ ਮਲੰਗ ਵੀ ਉਹ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਐਕਸਟ੍ਰੀਮ ਦੇ ਉੱਤੇ। ਫਿਰ ਆਪ ਨੂੰ ਜਿਹੜਾ ਉਹ ਮਾਧੋ ਲਾਲ ਨਾਲ ਇਸ਼ਕ ਹੋ ਗਿਆ। ਮਾਧੋ ਲਾਲ ਇੱਕ ਹਿੰਦੂ ਮੁੰਡਾ ਸੀ, ਔਰ ਉਹਦੀ ਇੱਕ ਲੰਮੀ ਕਹਾਣੀ ਹੈ ਕਿ ਜੀ ਮਾਧੋ ਲਾਲ ਦੇ ਪੇਰੈਂਟਸ ਨੂੰ ਮਿਲ ਨਹੀਂ ਸੀ ਦਿੰਦੇ ਵਗੈਰਾ ਵਗੈਰਾ। ਲੇਕਿਨ ਐਂਡ ਰਿਜ਼ਲਟ ਇਹ ਹੈ ਕਿ ਮਾਧੋ ਲਾਲ ਜਿਹੜਾ ਹੈ ਉਹ ਔਰ ਸ਼ਾਹ ਹੁਸੈਨ ਆਸ਼ਿਕ ਔਰ ਮਾਸ਼ੂਕ ਦੇ ਤੌਰ ਦੇ ਉੱਤੇ ਇਕੱਠੇ ਹੋ ਗਏ। ਇਸੇ ਵਾਸਤੇ ਹੁਣ ਜਦੋਂ ਲਿਖਿਆ ਜਾਂਦਾ ਹੈ ਸ਼ਾਹ ਹੁਸੈਨ ਦਾ ਨਾਂ, ਉਹ ਲਿਖਿਆ ਜਾਂਦਾ ਹੈ ਮਾਧੋ ਲਾਲ ਹੁਸੈਨ। ਜੀ, ਮਾਧੋ ਲਾਲ ਹੁਸੈਨ। ਇਤਨਾ ਕਲੋਜ਼ਨੈਸ ਸੀ ਔਰ ਇਤਨਾ ਉਹ ਇਸ਼ਕ ਸੀ ਕਿ ਉਹ ਹੁਣ ਦੋਨੋਂ ਇੱਕੋ ਹੀ ਹੋ ਗਏ। ਕਿਉਂਕਿ ਸ਼ਾਹ ਹੁਸੈਨ ਦੇ ਮਰਨ ਤੋਂ ਬਾਅਦ ਜਿਹੜਾ ਆਪ ਦਾ ਜਿਹੜਾ ਸੀ ਆਰਡਰ, ਜਾਂ ਆਪ ਦਾ ਜਿਹੜਾ ਫਿਰਕਾ ਸੀ, ਜਾਂ ਜੋ ਵੀ ਸੀ ਆਪ ਦਾ ਸਿਲਸਿਲਾ, ਜਿਹੜੀ ਫਾਲੋਇੰਗ ਸੀ, ਉਹਦੇ ਹੈਡ ਜਿਹੜਾ ਉਹ ਮਾਧੋ ਲਾਲ ਬਣੇ। ਔਰ ਮਾਧੋ ਲਾਲ ਜਦੋਂ ਦੀ ਡੈਥ ਹੋਈ ਤੇ ਉਹ ਸ਼ਾਹ ਹੁਸੈਨ ਦੇ ਨਾਲ ਉਹਨਾਂ ਨੂੰ ਦਫਨ ਕੀਤਾ ਗਿਆ। ਔਰ ਕਿਹਾ ਜਾਂਦਾ ਹੈ ਕਿ ਸ਼ਾਹ ਹੁਸੈਨ ਦੀ ਜਿਹੜੀ ਫਾਲੋਇੰਗ ਸੀ ਉਹ ਉਸ ਵੇਲੇ ਦੀ ਆਬਾਦੀ ਦੇ ਮੁਤਾਬਕ 20 ਲੱਖਾਂ ਵਿੱਚ ਸੀਗੀ। ਠੀਕ ਹੈ। ਔਰ ਮਤਲਬ ਲੇਕਿਨ ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸ਼ਾਹ ਹੁਸੈਨ ਵਗਰੀ ਸ਼ਖਸੀਅਤ ਜਿਹੜੀ ਹੈ, ਔਰ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ, ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਆਈਡੀਓਲੋਜੀ ਸੀ, ਇਹ ਇੱਕ ਮਲਟੀ ਰਿਲੀਜੀਅਸ ਸੁਸਾਇਟੀ ਵਿੱਚ ਤੇ ਹੋ ਸਕਦਾ ਹੈ। ਲੇਕਿਨ ਜਿਸ ਤਰ੍ਹਾਂ ਦੀ ਸੁਸਾਇਟੀ ਹੁਣ ਹੈ ਉਹ 'ਚ ਪੋਸੀਬਲ ਨਹੀਂ ਹੈਗਾ। ਅੱਛਾ, ਮੇਰੇ ਜ਼ਿਹਨ 'ਚ ਇੱਕ ਇਹ ਵੀ ਸਵਾਲ ਆ ਰਿਹਾ ਹੈ ਕਿ ਇੱਕ ਹਿੰਦੂ ਮੁੰਡੇ ਦੇ ਨਾਲ ਇਸ਼ਕ ਹੋਣਾ, ਪਿਆਰ ਹੋਣਾ, ਉਹਦੇ ਨਾਲ ਰਹਿਣਾ, ਉਹਨੂੰ ਨਾਲ ਰੱਖਣਾ, ਉਹਨੂੰ ਔਰ ਆਪ ਦਾ ਉਸ ਵਕਤ ਦਰਜਾ ਇੱਕ ਪੀਰ ਦਾ ਵੀ ਹੋਣਾ, ਇੱਕ ਆਲਮ ਦਾ ਵੀ ਹੋਣਾ, ਆਪ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਕਨਵਰਟ ਕਰਨ ਦੀ, ਉਹਨੂੰ ਮੁਸਲਮਾਨ ਕਰਨ ਦੀ। ਠੀਕ ਹੈ। ਔਰ ਆਖਿਰ ਤੱਕ ਨਹੀਂ ਕੀਤੀ ਨਾ, ਇਹ ਵੀ ਨਹੀਂ ਕਿ ਸ਼ੁਰੂ ਤੋਂ ਨਹੀਂ ਕੀਤੀ, ਬਾਅਦ ਵਿੱਚ ਵੀ ਨਹੀਂ ਕੀਤੀ। ਔਰ ਫਿਰ ਉਹ ਉਸ ਆਰਡਰ ਦਾ ਇੱਕ ਹੈਡ ਹੋ ਗਿਆ ਫੌਰੀ ਤੌਰ 'ਤੇ, ਕਿਉਂਕਿ ਉਹ ਇਤਨੇ ਕਲੋਜ਼ ਸੀ ਔਰ ਇਤਨਾ ਉਹ ਸੀ। ਇਟ ਮੀਨਸ ਕਿ ਉਹ ਇੱਕ ਆਰਗੇਨਾਈਜ਼ਡ ਕਿਸੇ ਵੀ ਕਿਸਮ ਦੇ ਰਿਲੀਜਨ, ਚਾਹੇ ਉਹ ਮੁਸਲਿਮ ਹੋਏ ਜਾਂ ਕੋਈ ਹੋਰ ਆਰਡਰ ਹੋਏ, ਉਹਦੇ ਖਿਲਾਫ ਸਨ। ਜ਼ਾਹਰ ਗੱਲ ਹੈ ਕਿ ਮਤਲਬ ਉਹਨਾਂ ਲਈ ਉਹ ਆਰਗੇਨਾਈਜ਼ਡ ਰਿਲੀਜਨ ਜਿਹੜਾ ਹੈ ਸ਼ਾਹ ਹੁਸੈਨ ਲਈ, ਤਾਂ ਉਹ ਮੈਟਰ ਹੀ ਨਹੀਂ ਸੀ ਕਰਦਾ। ਸੋ ਇਸ ਵਾਸਤੇ ਉਹਨਾਂ ਲਈ ਉਹਦਾ ਹਿੰਦੂ ਹੋਣਾ ਜਾਂ ਉਹਦਾ ਨਾ ਹਿੰਦੂ ਹੋਣਾ ਮੈਟਰ ਨਹੀਂ ਸੀ ਕਰਦਾ। ਮਤਲਬ ਉਹ ਤਾਂ ਇੱਕ ਸਿਲਸਿਲਾ ਹੀ ਡਿਫਰੈਂਟ ਹੈ ਨਾ, ਇੱਕ ਗੱਲ ਹੀ ਡਿਫਰੈਂਟ ਹੈਗੀ ਹੈ। ਉਹ ਇੱਕ ਆਪਣਾ ਤਰ੍ਹਾਂ ਦਾ ਫਿਰਕਾ ਬਣਿਆ ਜਿਹਨੂੰ ਆਮ ਤੌਰ 'ਤੇ ਮੁਲਾਮਤੀਆ ਫਿਰਕਾ ਕਿਹਾ ਜਾਂਦਾ ਹੈ। ਹਾਂ, ਇਹ ਮੈਂ ਧਿਆਨ 'ਚ। ਅੱਛਾ, ਠੀਕ ਹੈ। ਅਤੇ ਮੁਲਾਮਤੀਆ ਫਿਰਕੇ ਦਾ ਮਤਲਬ ਇਹ ਹੈ ਕਿ ਉਹਨਾਂ ਲੋਕਾਂ ਦਾ ਫਿਰਕਾ ਜਿਹੜੇ ਆਪਣੇ ਆਪ ਨੂੰ ਇਹ ਵੀ ਵੈਸੇ ਇਹ ਵੀ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਨੂੰ ਮੁਲਾਮਤੀਆ ਕਿਉਂ ਕਿਹਾ ਗਿਆ। ਮੈਂ ਧਿਆਨ ਆਉਣਾ ਚਾਹ ਰਿਹਾ ਸਾਂ। ਠੀਕ ਕਿ ਮੁਲਾਮਤੀਆ ਫਿਰਕੇ ਦਾ ਮਤਲਬ ਇਹ ਹੈ ਕਿ ਉਹ ਇਸ ਤਰ੍ਹਾਂ ਦਾ ਮੋਡ ਆਫ ਲਾਈਫ, ਸਟਾਈਲ ਆਫ ਲਾਈਫ ਇਖਤਿਆਰ ਕਰਦੇ ਨੇ ਕਿ ਲੋਕ ਉਹਨਾਂ 'ਤੇ ਮੁਲਾਮਤ ਕਰਨ, ਲੋਕ ਉਹਨਾਂ ਨੂੰ ਪੀਰ ਨਾ ਸਮਝਣ ਬਲਕਿ ਮੁਲਾਮਤ ਕਰਨ। ਮੇਰਾ ਆਪਣਾ ਖਿਆਲ ਹੈ ਕਿ ਜਿਹੜਾ ਮੁਲਾਮਤੀਆ ਦਾ ਨਾਂ ਦਿੱਤਾ ਗਿਆ ਹੈ, ਇਹ ਵੀ ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਸ਼ਾਹ ਹੁਸੈਨ ਦੀ,
ਉਹਨੂੰ ਅਪਰੋਪਰੀਏਟ ਕਰਨ ਲਈ ਦਿੱਤਾ ਗਿਆ ਹੈ। ਅੱਛਾ ਲੇਕਿਨ ਖੈਰ ਮਤਲਬ ਅਸੀਂ ਇੰਨੀ ਇੰਟਰੀਕੇਟ ਡਿਸਕਸ਼ਨ 'ਚ ਨਹੀਂ ਜਾਂਦੇ। ਹੂੰ, ਲੇਕਿਨ ਇਹ ਹੈ ਕਿ ਸ਼ਾਹ ਹੁਸੈਨ ਦੇ ਬਾਰੇ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਉਸ ਤੋਂ ਬਾਅਦ ਯਾਨੀ ਇਹ ਸਾਰੇ ਜੋ ਅਸੀਂ ਗੱਲ ਕੀਤੀ ਹੈ, ਇਸ ਤੋਂ ਬਾਅਦ ਉਹ ਜਿਹੜੇ ਨੇ ਉਹ ਇੱਕ ਰਿਬੈਲੀਅਨ ਨਾਬਰ ਬਾਗੀ ਦਾਨਸ਼ਵਰ ਦੇ ਤੌਰ ਦੇ ਉੱਤੇ ਲਾਹੌਰ ਜਾਣੇ ਗਏ ਜਾਂ ਉਸ ਇਲਾਕੇ ਵਿੱਚ ਜਾਣੇ ਗਏ। ਠੀਕ ਔਰ ਲੋਕੀ ਇਹ ਵੀ ਇੱਕ ਆਮ ਮਾਈਥੋਲੋਜੀ ਹੈ, ਬਾਸ ਤੇ ਹਿਸਟਰੀ ਦੀ ਬੁਨਿਆਦ ਤੇ ਕਹਿੰਦੇ ਨੇ। ਉਹ ਹਿਸਟਰੀ ਜਿਹੜੀ ਹੈਗੀ ਹੈ ਉਹ ਜਿਹੜਾ ਸ਼ਹਿਜ਼ਾਦਾ ਸਲੀਮ ਸੀ, ਜਿਹੜਾ ਬਾਅਦ ਦੇ ਵਿੱਚ ਆਲਮਗੀਰ ਦੇ ਨਾਂ 'ਤੇ ਬਾਦਸ਼ਾਹ ਬਣਿਆ ਅਕਬਰ ਦੇ ਮਰਨ ਤੋਂ ਬਾਅਦ, ਠੀਕ ਹੈ। ਉਹਨੇ ਆਪਣੇ ਇੱਕ ਦਰਬਾਰੀ ਦਾਨਸ਼ਵਰ ਨੂੰ, ਹੂੰ, ਅਮੀਰ ਬਹਾਰ ਨੂੰ ਹੂੰ, ਇਹ ਹੁਕਮ ਦਿੱਤਾ ਕਿ ਤੂੰ ਇਹ ਬੰਦਾ ਜੋ ਵੀ ਕਵੇ ਉਹਨੂੰ ਲਿਖੀ ਜਾ। ਉਹ ਤੂੰ ਲਿਖੀ ਜਾ। ਠੀਕ ਹੈ। ਉਹ ਜਿਹੜੀ ਹੈ ਉਹ ਜਿਹੜੀ ਪੂਰੀ ਕਲੈਕਸ਼ਨ ਹੈ ਜੋ ਅਮੀਰ ਬਹਾਰ ਨੇ ਲਿਖਿਆ, ਉਹ ਬਿਹਾਰੀਆ ਦੇ ਨਾਂ ਦੇ ਉੱਤੇ ਛਪੀ ਵੀ। ਅੱਛਾ, ਮੈਂ ਇੱਕ ਤੁਹਾਨੂੰ ਇੱਥੇ ਰੋਕਣਾ ਚਾਹ ਰਿਹਾ। ਇਹਦੀ ਦੋ ਰੀਜ਼ਨਸ ਹੋ ਸਕਦੀਆਂ ਨੇ ਕਿ ਜੀ ਉਹਨੇ ਆਰਡਰ ਕੀਤਾ ਕਿ ਬਈ ਤੂੰ ਐ ਜੋ ਕਹਿ ਰਿਹਾ ਲਿਖੀ ਜਾ। ਇੱਕ ਇਹ ਹੁੰਦਾ ਸਪਾਈਂਗ, ਕਿ ਬਈ ਜੋ ਕਹਿ ਰਿਹਾ ਨਾ ਪਤਾ ਹੋਵੇ ਸਾਨੂੰ ਕਿ ਕੀ ਕਹਿ ਰਿਹਾ ਤਾਂ ਕਿ ਉਹਨੂੰ ਕਾਊਂਟਰ ਕੀਤਾ ਜਾਏ। ਦੂਸਰਾ ਹੋ ਸਕਦਾ ਕਿ ਇਤਨੀ ਅਕੀਦਤ ਹੋਵੇ ਕਿ ਜੀ ਹੁਣ ਮੈਂ ਤੇ ਚੂੰਕਿ ਪ੍ਰਿੰਸ ਹਾਂ ਜਾਂ ਮੈਂ ਬਾਦਸ਼ਾਹ ਹਾਂ, ਉਹ ਮੈਂ ਉੱਥੇ ਨਹੀਂ ਜਾ ਸਕਦਾ, ਤੇ ਇਹ ਕਿ ਮੈਨੂੰ ਪਤਾ ਹੋਵੇ ਕਿ ਪੀਰ ਸਾਹਿਬ ਕੀ ਕਹਿ ਰਹੇ ਨੇ ਤਾਂ ਕਿ ਉਹਨੂੰ ਫੋਲੋ ਕੀਤਾ ਜਾਏ। ਇਹਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਇੱਕ ਤਾਂ ਇਹ ਹੈ ਕਿ ਸ਼ਾਹ ਹੁਸੈਨ ਦੀ ਮਾਨਤਾ ਬਹੁਤ ਸੀ ਅਕਬਰ ਦੀ ਫੈਮਿਲੀ 'ਚ, ਠੀਕ ਹੈ, ਇਹ ਵੀ ਕਿਹਾ ਜਾਂਦਾ ਹੈ। ਠੀਕ ਹੈ। ਲੇਕਿਨ ਇਹ ਹੈ ਕਿ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਕਿਉਂਕਿ ਸ਼ਾਹ ਹੁਸੈਨ ਦੀ ਮਾਨਤਾ ਲੋਕਾਂ 'ਚ ਇੰਨੀ ਜ਼ਿਆਦਾ ਸੀਗੀ ਕਿ ਜਿਹੜੀ ਮੁਗਲ ਸਲਤਨਤ ਹੈ, ਅਕਬਰ ਬਾਦਸ਼ਾਹ ਦਾ ਦਰਬਾਰ ਜਿਹੜਾ ਹੈ, ਉਹਨੂੰ ਇਹ ਵੀ ਸੋਚਣਾ ਪੈਂਦਾ ਸੀ ਕਿ ਜਿਸ ਬੰਦੇ ਦੀ ਇੰਨੀ ਮਾਨਤਾ ਹੈ, ਅਗਰ ਇਹ ਬਗਾਵਤ 'ਤੇ ਆਏ ਤਾਂ ਕੀ ਕਰ ਸਕਦਾ ਹੈ। ਲਿਹਾਜ਼ਾ ਇਹਦੀਆਂ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਨੂੰ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ। ਅੱਛਾ, ਉਹ ਜਿਹੜੀ ਅਕਬਰ ਫੈਮਿਲੀ ਇਤਨਾ ਉਹ ਜਿਹੜਾ ਤੁਸੀਂ ਗੱਲ ਕੀਤੀ ਹੈ, ਉਹ ਤੇ ਪੋਸੀਬਲ ਮੇਰਾ ਸਿਰਫ ਸਵਾਲ ਹੈ ਕਿ ਉਹ ਪੋਸੀਬਲ ਇਸ ਵਜ੍ਹਾ ਨਾਲ ਨਹੀਂ ਹੈ ਕਿਉਂਕਿ ਜਿਹੜਾ ਅਕਬਰ ਦਾ ਜਿਹੜਾ ਉਹਨਾਂ ਜਿਹੜਾ ਇੰਟਰੋਡਿਊਸ ਕਰਾਇਆ ਸੀ ਦੀਨ ਇਲਾਹੀ, ਉਹ ਤੇ ਟੋਟਲੀ ਆਪੋਜ਼ਿਟ ਹੋਇਆ ਨਹੀਂ, ਪਰ ਇੱਕ ਦੇਖੋ ਜੀ, ਅਕਬਰ ਦਾ ਦੀਨ ਇਲਾਹੀ ਜਿਹੜਾ ਹੈ ਜੀ, ਔਰ ਜਿਹੜਾ ਸ਼ਾਹ ਹੁਸੈਨ ਔਰ ਮਾਧੋ ਦਾ ਜਿਹੜਾ ਯੂਨਿਟੀ ਹੈ, ਉਹਨਾਂ 'ਚ ਫਰਕ ਹੈ। ਠੀਕ, ਬਿਲਕੁਲ ਹੈ। ਉਹ ਫਰਕ ਇਹ ਹੈਗਾ ਕਿ ਅਕਬਰ ਜਿਹੜਾ ਹੈ ਉਹ ਹਿੰਦੁਸਤਾਨ ਦੀ ਰੂਲਿੰਗ ਕਲਾਸ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਲਕੁਲ ਠੀਕ ਹੈ। ਉਹ ਆਵਾਮ ਨੂੰ ਇੱਕ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਬਿਲਕੁਲ ਠੀਕ ਹੈ। ਜਿਹੜਾ ਮਾਧੋ ਲਾਲ ਔਰ ਸ਼ਾਹ ਹੁਸੈਨ ਦਾ ਮੇਲ ਹੈ ਉਹ ਆਵਾਮ ਦਾ ਮੇਲ ਹੈ। ਠੀਕ ਹੈ। ਸੋ ਲਿਹਾਜ਼ਾ ਤੁਹਾਡਾ ਕੀ ਖਿਆਲ ਹੈ ਕਿ ਜੇ ਇੱਕ ਬਾਦਸ਼ਾਹ ਸੈਕੂਲਰ ਹੋਵੇ ਔਰ ਉਹ ਹਿੰਦੂਆਂ ਦੇ ਖਿਲਾਫ ਨਾ ਹੋਵੇ ਤੇ ਕਿਆ ਉਹ ਆਵਾਮ ਦੋਸਤ ਹੋ ਜਾਂਦਾ ਹੈ? ਬਿਲਕੁਲ ਨਹੀਂ ਹੋਏਗਾ। ਨਹੀਂ ਹੋਏਗਾ। ਨਹੀਂ ਹੋਏਗਾ। ਔਰ ਉਹਦੀ ਸਾਨੂੰ ਸਭ ਤੋਂ ਵੱਡੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਸਭ ਤੋਂ ਵੱਡਾ ਜਿਹੜਾ ਵਾਕਿਆ ਉਸ ਜ਼ਮਾਨੇ ਦਾ ਪੰਜਾਬ ਦੀ ਹਿਸਟਰੀ 'ਚ ਮਿਲਦਾ ਹੈ, ਉਹ ਇਹ ਮਿਲਦਾ ਹੈ ਕਿ ਅਕਬਰ ਬਾਦਸ਼ਾਹ ਦੇ ਖਿਲਾਫ ਦੁੱਲੇ ਭੱਟੀ ਨੇ ਬਗਾਵਤ ਕੀਤੀ। ਬਿਲਕੁਲ ਠੀਕ ਹੈ। ਠੀਕ ਹੈ। ਔਰ ਦੁੱਲੇ ਭੱਟੀ ਨੇ ਉਹਦੇ ਖਿਲਾਫ ਬਗਾਵਤ ਕੀਤੀ ਔਰ ਦੁੱਲੇ ਭੱਟੀ ਨੂੰ ਫਾਂਸੀ ਲਾਈ ਗਈ। ਠੀਕ ਹੈ। ਦੁੱਲੇ ਭੱਟੀ ਨੇ ਬਗਾਵਤ ਕਿਉਂ ਕੀਤੀ? ਇਸ ਵਾਸਤੇ ਕਿ ਅਕਬਰ ਬਾਦਸ਼ਾਹ ਦਾ ਜਿਹੜਾ ਕਲੈਕਸ਼ਨ ਦਾ ਮਾਲੀਏ ਦਾ ਨਿਜ਼ਾਮ ਸੀ, ਉਹਨੇ ਇੰਨਾ ਸਖਤ ਕਰ ਦਿੱਤਾ ਔਰ ਇੰਨਾ ਟਾਈਟ ਕਰ ਦਿੱਤਾ ਔਰ ਇੰਨਾ ਵਧਾ ਦਿੱਤਾ ਕਿ ਜਿਹੜੀ ਪੰਜਾਬ ਦੀ ਪੈਜ਼ੈਂਟਰੀ ਸੀ, YBG ਵਾਲੇ ਲੋਕ ਸਨ, ਬਿਲਕੁਲ ਖਤਮ, ਉਹਨਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ। ਬਲਕਿ ਹਿਸਟੋਰੀਅਨ ਜਿਹੜੇ ਨੇ, ਪ੍ਰੋਗਰੈਸਿਵ ਹਿਸਟੋਰੀਅਨ, ਉਹ ਇਹ ਕਹਿੰਦੇ ਨੇ ਕਿ ਜੀ ਜਿੰਨੀ ਭੈੜੀ ਹਾਲਤ ਅਕਬਰ ਬਾਦਸ਼ਾਹ ਦੇ ਜ਼ਮਾਨੇ ਵਿੱਚ ਪੈਜ਼ੈਂਟਰੀ ਦੀ ਸੀ, ਉਹ ਕਦੀ ਵੀ ਨਹੀਂ ਸੀ। ਸੋ ਲਿਹਾਜ਼ਾ ਸਾਨੂੰ ਸਮਝ ਆਉਂਦੀ ਹੈ ਕਿ ਦੁੱਲੇ ਭੱਟੀ ਨੇ ਬਗਾਵਤ ਕਿਉਂ ਕੀਤੀ। ਲੇਕਿਨ ਕਮਿੰਗ ਬੈਕ ਟੂ ਸ਼ਾਹ ਹੁਸੈਨ, ਇਹ ਕਿਹਾ ਜਾਂਦਾ ਹੈ ਕਿ ਜਿਸ ਵੇਲੇ
ਆਪਣਾ ਫਾਂਸੀ ਹੋ ਰਹੀ ਸੀ ਹੂੰ ਦੁੱਲੇ ਭੱਟੀ ਨੂੰ, ਤੇ ਸ਼ਾਹ ਹੁਸੈਨ ਉਸ ਮਜਮੇ 'ਚ ਮੌਜੂਦ ਸੀ। ਇਸ ਤੋਂ ਕਈਆਂ ਲੋਕਾਂ ਨੇ ਇਹ ਵੀ ਐਕਸਟ੍ਰੈਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੁੱਲਾ ਭੱਟੀ ਜਿਹੜਾ ਸੀ ਉਹ ਸ਼ਾਹ ਹੁਸੈਨ ਦਾ ਮੁਰੀਦ ਸੀ। ਜਾਂ ਹੈ ਕਿ ਸ਼ਾਹ ਹੁਸੈਨ ਉਸ ਐਕਟ ਨੂੰ ਸਪੋਰਟ ਕਰਦਾ ਸੀ। ਐਕਟ ਨੂੰ ਸਪੋਰਟ ਕਰਦਾ ਸੀ। ਮੈਂ ਸਮਝਦਾ ਕਿ ਇਹਨਾਂ ਦੇ ਵਿੱਚ, ਕਿਉਂਕਿ ਹਿਸਟੋਰੀਕਲ ਐਵੀਡੈਂਸ ਤੇ ਨਹੀਂ ਮਿਲ ਸਕਦੀ, ਮਿਲਣੀ ਮੁਸ਼ਕਿਲ ਹੈਗੀ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੇ ਲੋਕਾਈ ਦੇ ਜ਼ਿਹਨ 'ਚ, ਆਵਾਮ ਦੇ ਜ਼ਿਹਨ 'ਚ ਜੋ ਦੁੱਲਾ ਭੱਟੀ ਬਗਾਵਤ ਕਰਕੇ ਪੈਜ਼ੈਂਟਰੀ ਦੇ ਵਿੱਚ ਜੋ ਕਰ ਰਿਹਾ ਹੈ, ਉਹ ਸ਼ਾਹ ਹੁਸੈਨ ਬਤੌਰ ਸ਼ਾਇਰ ਦੇ ਕਰ ਰਿਹਾ, ਆਈਡੀਆਲੋਜੀ ਦੇ ਵਿੱਚ ਕਰ ਰਿਹਾ। ਠੀਕ ਹੈ। ਸੋ ਲੋਕਾਂ ਦੇ ਜ਼ਿਹਨ ਦੇ ਵਿੱਚ ਦੋਵਾਂ ਦਾ ਇੱਕ ਤਾਲੁਕ ਹੈਗਾ। ਅੱਛਾ ਅੱਛਾ, ਠੀਕ ਹੈ। ਅੱਛਾ, ਸ਼ਾਹ ਹੁਸੈਨ ਦਾ ਫਰੈਂਕਲੀ ਮਸਲਾ ਇਹ ਹੈ ਕਿ ਉਹ ਇਤਨਾ ਕੁ ਵੱਡਾ ਸ਼ਾਇਰ ਹੈ, ਇਤਨਾ ਕੁ ਵੱਡਾ ਸ਼ਾਇਰ ਹੈ ਕਿ ਉਹ ਇਹ ਕਵਰ ਨਹੀਂ ਹੋ ਪਾ ਰਿਹਾ। ਸੋ ਅਸੀਂ ਦੁਬਾਰਾ ਅਗੇਨ ਕੋਸ਼ਿਸ਼ ਕਰ ਰਹੇ ਕਿ ਥੋੜੇ ਥੋੜੇ ਉਹਦੇ ਚਾਹੀਏ। ਇਹ ਦੱਸੋ ਕਿ ਸ਼ਾਹ ਹੁਸੈਨ ਦੀ ਜਿਤਨੀ ਵੀ ਕਾਫੀਆਂ ਨੇ, ਜਿतना भी कलाम है, वो सारा बहुत डायरेक्ट है, नी करके, तू करके, मैं करके, ਉਹਦੇ 'ਚ ਕੋਈ ਉਹਨਾਂ ਨੇ ਉਹ ਨਹੀਂ ਰੱਖਿਆ, ਵਿੱਚ ਫਾਸਲਾ ਕੋਈ ਨਹੀਂ ਰੱਖਿਆ। ਇਤਨੀ ਫਰੈਂਕਨੈਸ ਨਜ਼ਰ ਆਉਂਦੀ ਹੈ, ਵਿਚ ਕੰਪੈरेटिवली ਟੂ ਬਾਬਾ ਫਰੀਦ ਇੱਕ ਬਹੁਤ ਹੀ ਸਟ੍ਰੇਂਜ ਹੈ ਨਾ, ਬਹੁਤ ਹੀ ਡਿਫਰੈਂਸ ਹੈ। ਹੁਣ ਇੱਕ ਆਬਵੀਅਸ ਡਿਫਰੈਂਸ ਤੋਂ 400 ਸਾਲ ਦਾ ਹੈ, 4 ਸਦੀਆਂ ਦਾ, ਲੇਕਿਨ ਉਸ ਤੋਂ ਇਲਾਵਾ ਉਹ ਇਤਨਾ ਕੁ ਕਲੋਜ਼ ਹੈ ਕਿ ਉਹ ਆਮ ਪੰਜਾਬੀ ਜਿਹੜੀ ਹੁਣ ਬੋਲੀ ਜਾਂਦੀ ਹੈ ਉਸ ਤੋਂ ਬਹੁਤ ਜ਼ਿਆਦਾ ਕਰੀਬ ਹੈ। ਦੇਖੋ, ਇਹਦੇ ਵਿੱਚ ਇਸ਼ੂ ਇਹ ਹੈਗਾ ਕਿ ਇੱਕ ਤੇ ਬਾਬਾ ਫਰੀਦ ਦਾ ਜ਼ਮਾਨਾ ਹੋ ਰਿਹਾ, ਮਤਲਬ ਇਹ ਹੈ ਕਿ ਬਾਬਾ ਫਰੀਦ 13ਵੀਂ ਸਦੀ ਦੇ ਸ਼ਾਇਰ ਨੇ। 13ਵੀਂ ਸਦੀ ਦਾ ਹਿੰਦੁਸਤਾਨ ਜਾਂ ਪੰਜਾਬ ਮੁਖਤਲਿਫ ਥਾਂ ਹੈ, ਔਰ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਉਹ 'ਚ ਗੁਲਾਮੀ ਵੀ ਚੱਲ ਰਹੀ ਹੈ, ਬਾਕੀ ਸਾਰਾ ਕੁਝ ਚੱਲ ਰਿਹਾ। ਇੱਕ ਗੱਲ। ਦੂਜੀ, ਬਾਬਾ ਫਰੀਦ ਦਾ ਜਿਹੜਾ ਲੋਕੈਲ ਹੈ, ਪਾਕਪਤਨ 'ਚ ਰਹਿ ਰਹੇ ਨੇ, ਡੇਲੇ ਖਾ ਰਹੇ ਨੇ, ਕਰੀਆਂ ਦੇ ਡੇਲੇ ਉਬਾਲ ਕੇ ਖਾਂਦੇ ਨੇ, ਅਤੇ ਉਹ ਪੂਰਾ ਲੋਕੈਲ ਜਿਹੜਾ ਹੈ ਉਹ ਨੇਚਰ ਦਾ ਹੈ। ਸੋ ਇਸ ਵਾਸਤੇ ਨੇਚਰ ਔਰ ਜਿਹੜੀਆਂ ਪ੍ਰਾਇਮਰੀ ਚੀਜ਼ਾਂ ਸੁਸਾਇਟੀ 'ਚ ਨੇ ਉਹਨਾਂ ਉੱਤੇ ਕਰਦੇ ਆ। ਸ਼ਾਹ ਹੁਸੈਨ ਜਿਹੜਾ ਹੈ ਉਹ ਲਾਹੌਰ ਦਾ ਸ਼ਾਇਰ ਹੈ। ਸ਼ਾਹ ਹੁਸੈਨ ਇਜ਼ ਏ ਟੋਟਲ ਅਰਬਨ ਪੋਇਟ। ਅੱਛਾ, ਠੀਕ ਹੈ। ਇਸ ਵਾਸਤੇ ਸ਼ਾਹ ਹੁਸੈਨ ਦੀ ਜਿਹੜੀ ਸਾਰੀ ਸਿੰਬਲਿਜ਼ਮ ਹੈ ਔਰ ਉਹਦੀ ਜਿਹੜੀ ਪੇਚੋ ਖੰਮ ਹੈ, ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਜਿਹੜੇ ਵਲਾਵੇਂ ਨੇ ਉਹਦੇ, ਉਹ ਇੱਕ ਸ਼ਹਿਰੀ ਜ਼ਿੰਦਗੀ ਦੀ ਇੱਕ ਪੇਚਦਾਰ ਜਿਹੜੀ ਲਿਵਿੰਗ ਹੈ ਉਹਨੂੰ ਐਕਸਪ੍ਰੈਸ ਕਰਦੇ ਨੇ। ਇਸ ਵਾਸਤੇ ਬਾਬਾ ਫਰੀਦ ਦਾ ਇੱਕ ਆਪਣਾ ਅੰਦਾਜ਼ ਹੈ, ਔਰ ਉਹ ਅੰਦਾਜ਼ ਦੋਹੇ ਦਾ ਹੈ, ਔਰ ਦੋਹੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ 2 ਲਾਈਨਾਂ 'ਚ ਆਮ ਤੌਰ 'ਤੇ ਬਾਅਦ ਵੇਲੇ 2 ਤੋਂ ਵੱਧ ਵੀ ਲਾਈਨਾਂ ਹੁੰਦੀਆਂ ਨੇ। ਠੀਕ ਹੈ। ਉਹ ਇੱਕ ਬਹਿਰ ਦੇ ਵਿੱਚ, ਇੱਕ ਡਿਕਸ਼ਨ ਦੇ ਵਿੱਚ ਆਉਂਦਾ ਹੈ। ਲੇਕਿਨ ਇਹ ਹੈ ਕਿ ਜਿਹੜੀ ਕਾਫੀ ਹੁੰਦੀ ਹੈ, ਕਾਫੀ ਇੱਕ ਡਿਫਰੈਂਟ ਫਾਰਮ ਹੈ। ਕਾਫੀ ਦੇ ਵਿੱਚ ਜਿਹੜਾ ਅੰਤਰਾ ਹੈ ਉਹ ਵੱਖ ਹੁੰਦਾ ਹੈ। ਨਹੀਂ ਸਹੀ, ਅਸੀਂ ਨੈਣਾ ਦੇ ਆਖੇ ਲੱਗੇ, ਇਹ ਮਿਸਾਲ ਦੇ ਤੌਰ 'ਤੇ ਇਹ ਆ ਗਿਆ ਅੰਤਰਾ। ਹੁਣ ਅਸਥਾਈਆਂ ਜਿਹੜੀਆਂ ਨੇ ਉਹ ਅੱਗੇ ਆਉਣਗੀਆਂ, ਕਾਲੇ ਪੱਟ 3 ਜਾਂ 4 ਆਉਣ ਜਾਂ 5, ਕਾਲੇ ਪੱਟ ਨਾ ਚੜੇ ਸਫੈਦੀ, ਕਾਗ ਨਾ ਥੀਂਦੇ ਬੱਗੇ, ਨਹੀਂ ਸਹੀ ਅਸੀਂ ਨੈਣਾ ਦੇ ਆਖੇ ਲੱਗੇ। ਠੀਕ, ਮਤਲਬ ਇਹ ਹੈ ਕਿ ਕਾਫੀ ਜਿਹੜੀ ਹੈ ਉਹ ਬਾਕਾਇਦਾ, ਜਿਹਨੂੰ ਕਾਫੀ ਫਾਰਮ ਕਿਹਾ ਜਾਂਦਾ ਹੈ, ਉਹ ਸ਼ਾਹ ਹੁਸੈਨ ਦੇ ਨਾਲ ਸ਼ੁਰੂ ਹੁੰਦੀ ਹੈ। ਔਰ ਉਹਦੇ ਕਹਿਣਾ, ਤੁਸੀਂ ਕਹਿ ਸਕਦੇ ਹੋ ਕਿ ਉਹਦੇ ਪਹਿਲੇ ਸ਼ਾਇਰ, ਕਾਫੀ ਦੇ ਸ਼ਾਇਰ ਜਿਹੜੇ ਉਹ ਸ਼ਾਹ ਹੁਸੈਨ ਨੇ। ਲੇਕਿਨ ਇਹ ਹੈ ਕਿ ਕਾਫੀ ਦੇ ਅੰਦਰ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਰਮਜ਼ ਜਾਂ ਸੈਨਤ ਇਸਤੇਮਾਲ ਹੋਈ ਹੈ, ਇਹ ਵੀ ਇੱਕ ਦਿਲਚਸਪ ਗੱਲ ਹੈ ਕਿ ਹੀਰ ਰਾਂਝੇ ਦੀ
ਜਿਹੜੀ ਰਮਜ਼ ਹੈ ਜੀ ਜੀ। ਉਹ ਪਹਿਲੀ ਵਾਰੀ ਕਲਾਸੀਕਲ ਪੰਜਾਬੀ ਪੋਇਟਰੀ ਦੇ ਵਿੱਚ ਸ਼ਾਹ ਹੁਸੈਨ 'ਚ ਆਉਂਦੀ ਹੈ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਦੋਂ ਦਮੋਦਰ ਹੀਰ ਲਿਖ ਰਿਹਾ ਸੀ, ਜਿਹਨੂੰ ਕਿ ਹੀਰ ਦਮੋਦਰ ਕਿਹਾ ਜਾਂਦਾ ਹੈ, ਉਹ ਉਸੇ ਟਾਈਮ ਸੀ ਜਾਂ ਅਗਰ ਉਸ ਟਾਈਮ ਨਹੀਂ ਸੀ ਤਾਂ ਉਹ ਇਤਨਾ ਪਪੂਲਰ ਸੀ ਕਿ ਸ਼ਾਹ ਹੁਸੈਨ ਨੇ ਉਸ ਨੂੰ ਇਸਤੇਮਾਲ ਕਰ ਲਿਆ? ਨਹੀਂ, ਦਮੋਦਰ ਦਾਸ ਜਿਹੜਾ ਹੈ ਉਹਦਾ ਪੀਰੀਅਡ ਜਿਹੜਾ ਹੈ ਅਕਬਰ ਬਾਦਸ਼ਾਹ ਦਾ ਹੀ ਬੰਦਾ। ਉਹ ਤਕਰੀਬਨ ਉਹੀ ਪੀਰੀਅਡ ਹੈ, ਉਹੀ ਵਾਰਾ ਹੈ ਜਿਹੜਾ ਸ਼ਾਹ ਹੁਸੈਨ ਦਾ ਹੈ। ਔਰ ਤੁਸੀਂ ਦੇਖਦੇ ਹੋ ਕਿ ਉਹ ਕਿੱਸਾ ਲਿਖ ਰਿਹਾ ਹੈ, ਦਮੋਦਰ ਦਾਸ ਤੇ ਕਿੱਸਾ ਲਿਖ ਰਿਹਾ ਹੈ, ਔਰ ਸ਼ਾਹ ਹੁਸੈਨ ਜਿਹੜਾ ਹੈ ਉਹ ਉਹਨੂੰ ਫਿਲੋਸੋਫੀਕਲ ਰਮਜ਼ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਇਹਨਾਂ ਪਿਛਲੀਆਂ 2-3 ਸਦੀਆਂ ਦੇ ਵਿੱਚ ਜਿਹੜਾ ਹੀਰ ਰਾਂਝੇ ਦਾ ਕਿੱਸਾ ਸੀ ਉਹ ਇੱਕ ਫੋਕ ਲੈਵਲ ਦੇ ਉੱਤੇ, ਇੱਕ ਅਵਾਮੁਨ ਨਾਸ ਦੇ ਲੈਵਲ ਦੇ ਉੱਤੇ ਇੱਕ ਮਸ਼ਹੂਰ ਕਿੱਸਾ ਬਣ ਚੁੱਕਿਆ ਸੀ। ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਜਿਹੜਾ ਵੱਡਾ ਪੋਇਟ ਹੈ ਜਿਵੇਂ ਦਮੋਦਰ ਦਾਸ ਹੈ, ਉਹ ਜਾਂ ਸ਼ਾਹ ਹੁਸੈਨ ਜਿਹੜਾ ਕਿ ਉਹਨੂੰ ਰਮਜ਼ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਹੈ, ਉਹ ਹਮੇਸ਼ਾ ਇਹ ਜਿਹੜੀ ਲੋਕਾਂ ਦੇ ਵਿੱਚ ਮਸ਼ਹੂਰ ਨੋਨ ਜਿਹੜੀ ਫੋਕਲੋਰ ਹੁੰਦੀ ਹੈ ਉਹਦੇ ਉੱਤੋਂ ਲੈਂਦੇ ਨੇ। ਉਹ ਕੋਈ ਨਵੀਂ ਕਹਾਣੀ ਨਹੀਂ ਕ੍ਰੀਏਟ ਕਰਦੇ, ਉਹ ਕੋਈ ਨਵੀਂ ਨਹੀਂ ਕਰਦੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਲੋਕਾਂ 'ਚ ਨੋਨ ਹੈ। ਸਹੀ, ਠੀਕ ਹੈ। ਤੋ ਮਤਲਬ ਜਦੋਂ ਸ਼ਾਹ ਹੁਸੈਨ ਕਹੇਗਾ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਆਖੋ ਨਹੀਂ ਮੈਨੂੰ ਹੀਰ ਜਿੱਦੋ ਰਾਂਝਾ ਹੀਰ ਨਾ ਆਖਿਓ ਕੋਈ, ਤੇ ਉਹਨੂੰ ਪਤਾ ਹੈ ਕਿ ਇਹ ਲੋਕਾਂ ਨੂੰ ਪਤਾ ਹੈ ਕਿ ਹੀਰ ਕੌਣ ਹੈ ਤੇ ਰਾਂਝਾ ਕੌਣ ਹੈ। ਇਹ ਦਮੋਦਰ ਦਾਸ ਨੂੰ ਨਹੀਂ ਪਤਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ, ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਬਾਬਾ ਫਰੀਦ ਤੋਂ ਬਾਅਦ ਜਿਹੜਾ ਸ਼ਾਹ ਹੁਸੈਨ ਦਾ ਪੀਰੀਅਡ ਆ ਰਿਹਾ ਹੈ, ਇਹ ਰੈਨੇਸਾਂਸ ਦਾ ਪੀਰੀਅਡ ਹੈ। ਔਰ ਇਸ ਰੈਨੇਸਾਂਸ ਦੀ ਪੀਰੀਅਡ ਦੇ ਵਿੱਚ ਜੋ ਕੁਛ ਹੋ ਚੁੱਕਿਆ ਹੈ, ਪੰਜਾਬ ਦੇ ਵਿੱਚ ਜੋ ਤਬਦੀਲੀਆਂ ਆ ਚੁੱਕੀਆਂ ਨੇ, ਯਾਨੀ ਮੁਆਸ਼ੀ, ਸਮਾਜੀ, ਪੋਲੀਟੀਕਲ, ਉਹਦੇ ਨਾਲ ਜਿਹੜੀ ਫੋਕਲੋਰ ਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਨੇ, ਫੋਕਲੋਰ ਦੀਆਂ ਆਪਣੀਆਂ ਤਬਦੀਲੀਆਂ ਆ ਚੁੱਕੀਆਂ ਨੇ, ਉਹਨਾਂ ਨੂੰ ਸ਼ਾਹ ਹੁਸੈਨ ਇਨਕਾਰਪੋਰੇਟ ਕਰ ਰਿਹਾ। ਇਸੇ ਲਈ ਉਹ ਵੱਡਾ ਸ਼ਾਇਰ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਇਨਕਾਰਪੋਰੇਟ ਕਰ ਲੈਂਦਾ ਹੈ। ਵੱਡਾ ਸ਼ਾਇਰ ਜਿਹੜਾ ਹੈ ਉਹਦਾ ਕਮਾਲ ਹੀ ਇਹ ਹੁੰਦਾ ਹੈ ਕਿ ਉਹ ਜਿਹੜੀ ਫੋਕ ਦੇ ਲੈਵਲ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੁੰਦਾ ਹੈ, ਉਹਨੂੰ ਉਹਦੀ ਐਸੈਂਸ ਨੂੰ ਉਹ ਕੈਪਚਰ ਕਰ ਲੈਂਦਾ ਹੈ। ਅੱਛਾ, ਇਹਦੇ ਤੋਂ ਮੈਂ ਹੁਣ ਦੂਸਰਾ ਜਿਹੜਾ ਮੇਰੇ ਜ਼ਿਹਨ 'ਚ ਸਵਾਲ ਆ ਰਿਹਾ ਹੈ, ਔਰ ਹੋ ਸਕਦਾ ਹੈ ਕਿ ਮੈਂ ਜੰਪ ਕਰ ਰਿਹਾ ਹਾਂ, ਔਰ ਹੋ ਸਕਦਾ ਤੁਸੀਂ ਮੈਨੂੰ ਉੱਧਰ ਰੋਕ ਲਓ, ਲੇਕਿਨ ਇਹ ਕਿ ਉਸੇ ਜ਼ਮਾਨੇ 'ਚ ਇਹ ਕਿਹਾ ਜਾਂਦਾ ਹੈ ਕਿ ਬਾਬੇ ਹੋਰੀ ਔਰ ਕੁਝ ਹੋਰ ਸ਼ਾਇਰ ਜਿਹੜੇ ਨੇ ਉੱਠ ਕੇ ਗਏ, ਉਹਨਾਂ ਨੇ ਕਿਹਾ ਜੀ ਕਿ ਗੁਰੂ ਗ੍ਰੰਥ ਸਾਹਿਬ ਜਦੋਂ ਕੰਪਾਈਲ ਹੋ ਰਹੀ ਹੈ ਤਾਂ ਉਹਦੇ ਸਾਡਾ ਕਲਾਮ ਵੀ ਸ਼ਾਮਿਲ ਕੀਤਾ ਜਾਏ। ਔਰ ਕਿਆ ਉਹ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਜਾਂ ਇਹ ਜਿਹੜਾ ਐਕਟ ਹੈ ਜਿਹੜਾ ਦੱਸਿਆ ਜਾਂਦਾ ਕਿ ਜੀ ਉਹ ਉੱਥੇ ਗਏ, ਇਹਦੇ ਵਿੱਚ ਕਿਤਨੀ ਸੱਚਾਈ ਹੋ ਸਕਦੀ ਹੈ? ਹਾਂ, ਇਹ ਬੜਾ ਤੁਸੀਂ ਅੱਛਾ ਸਵਾਲ ਕੀਤਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ, ਸ਼ਾਹ ਹੁਸੈਨ ਦੇ ਜ਼ਮਾਨੇ 'ਚ ਗੁਰੂ ਅਰਜਨ ਦਾਸ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਐਡਿਟ ਕਰ ਰਹੇ ਸਨ। ਮਤਲਬ ਗੁਰੂ ਗ੍ਰੰਥ ਸਾਹਿਬ ਇਜ਼ ਐਨ ਐਡੀਟਡ ਬੁੱਕ ਵਿੱਚ, ਉਹਦੇ ਵਿੱਚ ਭਗਤ ਕਬੀਰ ਦਾ ਕਲਾਮ ਵੀ ਹੈ, ਉਹਦੇ ਵਿੱਚ ਬਾਬਾ ਫਰੀਦ ਦਾ ਕਲਾਮ ਵੀ ਹੈ। ਬਲਕਿ ਬਾਬਾ ਫਰੀਦ ਦਾ ਕਲਾਮ ਮੋਸਟਲੀ ਮਿਲਾ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੈ। ਠੀਕ ਹੈ। ਕਿਹਾ ਜਾਂਦਾ ਹੈ ਕਿ ਸ਼ਾਹ ਹੁਸੈਨ ਤੇ ਹੋਰ 3 ਭਗਤ ਪੋਇਟ, ਕਾਨਾ, ਛੱਜੂ ਤੇ ਪੀਲੂ, ਇਹ 4 ਸ਼ਾਇਰ ਜਿਹੜੇ ਸਨ, ਇਹ ਅੰਮ੍ਰਿਤਸਰ ਗਏ ਆਪਣਾ ਕਲਾਮ ਲੈ ਕੇ, ਔਰ ਇਹਨਾਂ ਨੇ ਜਾ ਕੇ ਕਿਹਾ ਕਿ ਜੀ ਗੁਰੂ ਅਰਜਨ ਸਾਹਿਬ ਨੂੰ ਕਿ ਤੁਸੀਂ ਸਾਡਾ ਕਲਾਮ ਸ਼ਾਮਲ ਕਰ ਲਓ ਗੁਰੂ ਗ੍ਰੰਥ ਸਾਹਿਬ 'ਚ। ਅੱਛਾ। ਤੇ ਗੁਰੂ ਸਾਹਿਬ ਨੇ ਇਹਦਾ ਕੋਈ ਪੋਜ਼ੀਟਿਵ ਜਵਾਬ ਨਹੀਂ ਦਿੱਤਾ। ਅੱਛਾ। ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਤੁਹਾਨੂੰ ਪਤਾ ਹੈ ਕਿ ਜੋ ਅੱਲਾ ਕਰੇਗਾ ਹੋਏਗਾ। ਠੀਕ ਹੈ। ਅੱਛਾ, ਹੁਣ ਇਹਦੇ ਉੱਤੇ
ਇਹਦੇ ਉੱਤੇ ਬੜੀ ਕੰਟਰੋਵਰਸੀ ਹੈ। ਹੂੰ ਉਹਦੇ 'ਤੇ ਕਈ 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 ਤਰ੍ਹਾਂ ਦੇ ਖਿਆਲ ਨੇ। ਹੂੰ ਮਿਸਾਲ ਦੇ ਤੌਰ ਦੇ ਉੱਤੇ ਇੱਕ ਖਿਆਲ ਇਹ ਵੀ ਕੀਤਾ ਜਾਂਦਾ ਹੈ, ਜਿਹੜਾ ਕਿ ਖੁਦ ਸਿੱਖ ਹਿਸਟੋਰੀਅਨਸ ਕਰਦੇ ਨੇ, ਹੂੰ ਕਿ ਐਸਾ ਹੋਣਾ ਮੁਮਕਿਨ ਨਹੀਂ ਹੈ। ਅੱਛਾ। ਉਹਦੀ ਵਜ੍ਹਾ ਇਹ ਹੈ ਕਿ ਉਹ ਕਹਿੰਦੇ ਨੇ ਕਿ ਜੀ ਸ਼ਾਹ ਹੁਸੈਨ ਦੀ ਮਾਨਤਾ ਜਿਹੜੀ ਸੀ ਹੂੰ ਉਹ ਲੱਖਾਂ ਵਿੱਚ ਸੀ, ਅੱਛਾ ਜੀ। ਔਰ ਗੁਰੂ ਅਰਜਨ ਸਾਹਿਬ ਦੀ ਮਾਨਤਾ ਉਦੋਂ ਬਹੁਤ ਛੋਟੀ ਸੀ। ਠੀਕ ਹੈ। ਇਸ ਵਾਸਤੇ ਇਹ ਪੋਸੀਬਲ ਨਹੀਂ ਹੈ ਕਿ ਉਹ ਪੋਸੀਬਲ ਨਹੀਂ ਹੈ ਕਿ ਸ਼ਾਹ ਹੁਸੈਨ ਤੁਰ ਕੇ ਗੁਰੂ ਅਰਜਨ ਸਾਹਿਬ ਕੋਲ ਗਏ ਹੋਣ। ਇਹ ਕੁਝ ਜ਼ਿਆਦਾ ਮੁਮਕਿਨ ਨਹੀਂ ਹੈਗਾ, ਲੱਗਦਾ ਨਹੀਂ ਹੈ ਕਿ ਜੋ ਹੈ ਹੋਏਗਾ। ਇੱਕ ਗੱਲ। ਦੂਜੀ ਗੱਲ, ਜਿਹੜੇ ਇਹ ਮੰਨਦੇ ਨੇ ਕਿ ਸ਼ਾਹ ਹੁਸੈਨ ਪੂਰੀ ਲੈ ਕੇ ਗਏ ਕਲਾਮ ਤੇ ਗੁਰੂ ਅਰਜਨ ਦਾਸ ਸਾਹਿਬ ਨੇ ਸ਼ਾਮਲ ਨਹੀਂ ਕੀਤਾ, ਉਹ ਕਹਿੰਦੇ ਨੇ ਕਿ ਸ਼ਾਇਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਿਰਫ ਉਹ ਕਲਾਮ ਸ਼ਾਮਲ, ਉਹਨਾਂ ਸ਼ਾਇਰਾਂ ਦਾ ਕਲਾਮ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਘਰ ਗ੍ਰਸਤੀ ਵੀ ਚਲਾਈ। ਅੱਛਾ। ਮਿਸਾਲ ਦੇ ਤੌਰ ਤੇ ਬਾਬਾ ਫਰੀਦ ਹੋ ਗਿਆ, ਨਹੀਂ, ਬਾਬਾ ਫਰੀਦ ਹੋ ਗਿਆ, ਭਗਤ ਕਬੀਰ ਹੋ ਗਿਆ, ਭਗਤ ਕਬੀਰ ਹੋ, ਲੇਕਿਨ ਮੀਰਾਬਾਈ ਦੀ ਸ਼ਾਇਰੀ ਨਹੀਂ ਸ਼ਾਮਲ ਕੀਤੀ ਗਈ। ਸੋ ਸ਼ਾਹ ਹੁਸੈਨ ਦੀ ਸ਼ਾਇਰੀ ਵੀ ਸ਼ਾਮਲ ਨਹੀਂ ਕੀਤੀ ਗਈ, ਕਿਉਂਕਿ ਇਹ ਵੀ ਤੇ ਗ੍ਰਸਤੀ ਦੇ ਬਿਲਕੁਲ ਹੀ ਅਪੋਜ਼ ਸਨ। ਠੀਕ ਹੈ। ਸੋ ਮਤਲਬ ਇਹ ਹੈ ਕਿ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ਾਇਰੀ ਸ਼ਾਮਲ ਨਹੀਂ ਕੀਤੀ ਗਈ। ਪ੍ਰੋਫੈਸਰ ਅਜੀਤ ਸਿੰਘ ਸੀਤਲ ਜਿਹੜਾ ਹੈ, ਉਹਦੀ ਇੱਕ ਕਿਤਾਬ ਹੈਗੀ ਆ, ਉਹਨੇ ਮੇਰਾ ਆਪਣਾ ਇਹ ਖਿਆਲ ਹੈ ਕਿ ਅਜੀਤ ਸਿੰਘ ਸੀਤਲ ਦਾ ਇਹ ਖਿਆਲ ਸੀਗਾ, ਹੋਏਗਾ ਉਹਦੇ ਜ਼ਿਹਨ ਦੇ ਵਿੱਚ, ਕਿ ਸ਼ਾਹ ਹੁਸੈਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਤੇ ਸੀਤਲ ਸਾਹਿਬ ਨੇ ਇੱਕ ਕਿਤਾਬ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਬਾਣੀਆਂ ਆਈਆਂ ਨੇ, ਠੀਕ ਹੈ, ਉਹ ਲਿਖੀਆਂ ਨੇ, ਤੇ ਉਹਦੇ ਨਾਲ ਸ਼ਾਹ ਹੁਸੈਨ ਦੀਆਂ ਕਾਫੀਆਂ ਲਿਖੀਆਂ ਨੇ। ਅੱਛਾ। ਔਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਹ ਹੁਸੈਨ ਉਹ ਕੁਛ ਹੀ ਕਹਿ ਰਿਹਾ ਸੀ ਜੋ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਸੀ।